सत डूम आखी राम कली की वार राय बलवंड तथा सत डूम आखी। वाहिगुरु जी का खालसा वाहिगुरु जी की फतेह। कोट ब्रह्मंडा दे मालक जुगो जुगी अटल शब्द अवतार दसों पातशाहियों की आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी की पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार हर सत्कार दे नाल अमृत बाणी हर हर तेरी सुन सुन हो मत मेरी। जलन बुझी शीतल हुई मनुआ सतगुर का दर्शन पाए जियो। सतगुरां दी पवित्र अमृत बाणी की कथा भी श्री गुरु अर्जन देव साहब जी महाराज जी ने दर्ज कीतियां ने उन्हां दी कथा विचार आप पिछले दिनी श्रवण कर चुके हो। हुण रामकली की तीजी वार प्रारंभ हो रही है जो राय बलवंड ते सत्ता डूम ये गुरु घर दे जो रबाबी सिख सन उन्हां दी उचारण की हुई सुशोभित हो रही है। डूम नाम है मरासी का पर गुरु साहब के घर होने करके राई का खिताब मिलिया ते महाराज ने बख्शिशां कीतियां सत्कार दिता रबाबी सिख कहलाए। कल इन्हां दोनों भरावां दी विचार चल रही सी कि आपदी भैन दे विआह दे खर्चे तो श्री गुरु अर्जन देव जी महाराज दे नाल ये नाराज हो गए। गुरु साहब जी नूं बड़ा भला किया कि संगतां नूं चढ़ावे तो तुसां नहीं रोक दिता है। मसिया वाले दिन चढ़ावा नहीं चढ़ाना गुरु साहब जी कहने लगे इस तरह की तो गलबात कोई नहीं है। पर महाराज जी इन्हों माफ़ करते रहे क्षमा करते रहे। जद साहिब इन्हों के घर आप चल के गए तो गुरु महाराज के सामने ही श्री गुरु नानक देव जी श्री गुरु अंगद देव जी श्री गुरु अमरदास जी श्री गुरु रामदास साहब जी की निंदिया की। महाराज ने आप की निंदिया तो कुछ नहीं आखिया पर जब बड़े सतगुरां की निंदिया सुनी तो पातशाह जी ने वचन कर दिता कि तुसी फिट गए हो तुहाडा शरीर फिट जाएगा तुहाडी सिफारिश नहीं पावेगा। जिहड़ा पावेगा उन्हों असीं बेइज्जत करांगे। इस तरह के बचन डूमां नूं आ के सतगुरु जी 68 घाट वाली जगह ते पहुँचे अते सब संगतां नूं दर्शन दे के निहाल कीता। जदों संगतां नूं पता लगिया कि सत्ते अते बलवंड ने गुरां दा भी सत्कार नहीं किया तां सारियां दे सीनियां विचों तरकार निकली। सतगुरां ने सहज नाल कहा कि आओ संगत जी आपां सारे रल के वाहिगुरु जी की महिमा करिए।
ਹੁਣ ਤੁਸੀਂ ਹੀ ਕੀਰਤਨ ਕਰਨਾ ਹੈ। ਤੁਹਾਨੂੰ ਰਾਗ ਵਿਧੀ ਆ ਜਾਵੇਗੀ। ਸਾਜ਼ ਫੜ ਕੇ ਕੀਰਤਨ ਸ਼ੁਰੂ ਕਰ ਦਿਓ। ਉਸ ਸਮੇਂ ਸਤਿਗੁਰਾਂ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਤੰਬੂਰਾ ਫੜਿਆ। ਜਿਨ੍ਹਾਂ ਕਦੀ ਸਾਜ਼ ਨੂੰ ਹੱਥ ਤੱਕ ਨਹੀਂ ਸੀ ਲਾਇਆ, ਸਿਰਫ ਹਾੜੀ ਵਾਹਿਆ, ਕਿਉਂਕਿ ਜੱਟ ਜ਼ਿਮੀਂਦਾਰ ਸਨ। ਪਰ ਮਹਾਰਾਜ ਨੇ ਹੁਕਮ ਕੀਤਾ, ਕਹਿੰਦੇ ਬਾਬਾ ਜੀ ਫੜੋ ਤੰਬੂਰਾ। ਭਾਈ ਗੁਰਦਾਸ ਜੀ ਨੂੰ ਆਖਿਆ, ਭਾਈ ਸਾਹਿਬ ਜੋੜੀ ਫੜੋ। ਭਾਈ ਗੁਰਦਾਸ ਜੀ ਨੇ ਜੋੜੀ ਫੜੀ ਤੇ ਆਪ ਗੁਰੂ ਸਾਹਿਬ ਜੀ ਸਰੰਦੇ ਵਜਾਉਣ ਦੇ ਮਾਹਰ ਸਨ। ਸਰੰਦਾ ਪਕੜ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਐਸਾ ਰਸ ਬਣਿਆ ਕਿ ਸਭਨਾਂ ਨੂੰ ਦੇਸ਼ ਕਾਲ ਹੀ ਭੁੱਲ ਗਿਆ। ਸਿੱਖ ਹੈਰਾਨ ਹੋ ਗਏ ਕਿ ਐਸਾ ਕੀਰਤਨ ਦਾ ਰਸ ਤਾਂ ਕਦੇ ਬਣਿਆ ਹੀ ਨਹੀਂ ਸੀ। ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੀ ਭਾਈ ਮਰਦਾਨੇ ਤੇ ਗੁਰੂ ਨਾਨਕ ਨੇ ਕੀਰਤਨ ਕਰਨ ਦੀ ਬਖਸ਼ ਕੀਤੀ ਸੀ ਭਾਈ ਮਰਦਾਨੇ ਉੱਪਰ, ਉਹ ਰਾਗ ਵਿਧੀ ਅਸੀਂ ਅੱਜ ਤੋਂ ਸਿੱਖਾਂ ਨੂੰ ਦੇ ਦਿੱਤੀ ਹੈ। ਅੱਜ ਤੋਂ ਗੁਰੂ ਕੇ ਸਿੱਖਾਂ ਨੇ ਤੰਬਾਕੂ ਪੀਣ ਵਾਲੇ, ਮੂੰਹ ਸਿਰ ਮਨਾਉਣ ਵਾਲੇ ਮਰਾਸੀਆਂ ਦੇ ਪਾਸੋਂ ਕਦੇ ਵੀ ਕੀਰਤਨ ਨਹੀਂ ਸੁਣਨਾ। ਕਿਤੇ ਵਿਆਹਾਂ ਸ਼ਾਦੀਆਂ ਦੇ ਵੀ ਜਦ ਮੰਗਣ ਆਉਣ, ਗਾਉਣ ਵਜਾਉਣ ਕਰਨ ਤੇ ਉਹਨਾਂ ਨੂੰ ਇਹੀ ਬੇਨਤੀ ਕਰੀਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਤਿ ਸੁਣਾਓ। ਬਾਬੇ ਨਾਨਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰੋ, ਉਹਦੀ ਕੋਈ ਵਾਰ ਸੁਣਾਓ, ਫਿਰ ਤੁਹਾਨੂੰ ਪੈਸੇ ਦਿਆਂਗੇ। ਇੱਥੋਂ ਸਾਧ ਸੰਗਤ ਜੀ ਰਾਗੀਆਂ ਦੀ ਸੰਪਰਦਾ ਚੱਲੀ ਹੈ। ਨਹੀਂ ਤੇ ਸਾਡੇ ਨਿਆਣੇ ਨੂੰ ਕਿੰਨੇ ਕੀਰਤਨ ਸਿਖਾਉਣਾ ਸੀਗਾ, ਗੁਰਦੁਆਰੇ ਕਿੰਨੇ ਸਾਨੂੰ ਟਾਈਮ ਦੇਣਾ ਸੀਗਾ। ਆਮ ਸੰਗਤਾਂ ਨੂੰ ਕੀਰਤਨ ਦੀ ਦਾਤ ਕਿੰਨੇ ਦੇਣੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ। ਇਹ ਦੀ ਸੰਪਰਦਾ ਆਮ ਸੰਗਤਾਂ ਵਿੱਚ ਕੀਰਤਨ ਦੀ ਦਾਤ ਇਸ ਦਿਨ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਵਿਰਤ ਕੀਤੀ ਹੈ। ਇਸ ਤੋਂ ਪਹਿਲਾਂ ਕੀਰਤਨ ਹੁੰਦਾ ਜ਼ਰੂਰ ਸੀਗਾ, ਪਰ ਜੋਟੀਆਂ ਦੇ ਸ਼ਬਦ ਮਿਲ ਕੇ ਪੜ੍ਹਨ ਦਾ ਰਿਵਾਜ ਸੰਗਤਾਂ ਦੇ ਵਿੱਚ ਪ੍ਰਵਿਰਤ ਸੀ। ਦੂਸਰੇ ਗੁਰੂ ਸਾਹਿਬਾਂ ਦੇ ਵਕਤ ਤੋਂ ਇਹ ਜਾਰੀ ਸੀਗਾ। ਜੋਟੀਆਂ ਨਾਲ ਦੋ ਬੰਦੇ ਇੱਕ ਪਾਸੇ, ਦੋ ਇੱਕ ਪਾਸੇ, ਇਉਂ ਮਿਲ ਕੇ ਸ਼ਬਦ ਗਾਇਨ ਕਰਨਾ। ਰਾਗਾਂ ਵਿੱਚ ਵੀ ਸਿੱਖ ਸੰਗਤਾਂ ਸ਼ਬਦਾਂ ਦਾ ਗਾਇਨ ਕਰਦੀਆਂ ਸਨ, ਪਰੰਤੂ ਅਜੇ ਤੱਕ ਰਾਗੀਆਂ ਦੀ, ਰਬਾਬੀਆਂ ਦੀ ਤਰ੍ਹਾਂ ਸੰਪਰਦਾ ਨਹੀਂ ਸੀ ਚੱਲੇ ਕਿ ਜੋ ਕੇਵਲ ਕੀਰਤਨ ਹੀ ਕਰਿਆ ਕਰਨ ਤੇ ਆਪਣਾ ਸਮਾਂ ਗੁਰਬਾਣੀ ਦੇ ਸ਼ੁੱਧ ਕੰਠ ਕਰਨ, ਭਾਵ ਸਮਝਣ ਅਤੇ ਇੱਕ ਭਾਵ ਦੇ ਅਨੇਕਾਂ ਗੁਰਵਾਕਾਂ ਨੂੰ ਪ੍ਰਮਾਣ ਦੇਣ ਅਤੇ ਜਿਨ੍ਹਾਂ ਰਾਗਾਂ ਵਿੱਚ ਗੁਰੂ ਸਾਹਿਬ ਨੇ ਬਾਣੀ ਰਚੀ ਹੈ ਉਹਨਾਂ ਵਿੱਚ ਗਾਇਨ ਕਰਨ ਵਿੱਚ ਖਰਚ ਕਰਿਆ ਕਰਨ। ਐਸਾ ਮੌਕਾ ਨਹੀਂ ਸੀ ਮਿਲਿਆ ਤਾਂ ਜੋ ਧਾਰਨਾ ਸਦਾ ਸੁਰਜੀਤ ਰੱਖਣ, ਜਿਨ੍ਹਾਂ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਖੁਦ ਗਾਇਨ ਕਰਦੇ ਸਨ, ਜਿਸ ਦੀ ਕੁੰਜੀ ਗੁਰਾਂ ਨੇ ਘਰ ਪਦ ਵਿੱਚ ਰੱਖੀ ਹੈ। ਸੋ ਇਸ ਦਿਨ ਤੋਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਹੈ। ਹੁਣ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਵੀ ਕੋਈ ਮੂੰਹ ਚੁੱਕ ਕੇ ਮਰਾਸੀ ਆ ਕੇ ਕਹੇ ਵੀ ਮੈਂ ਦੇ ਮਰਦਾਨੇ ਦੀ ਕੁਲ ਚੋਂ ਆ ਜੀ, ਉਹਨੂੰ ਕੀਰਤਨ ਨਹੀਂ ਕਰਨ ਦਿੰਦੇ, ਬਾਂਹ ਤੋਂ ਫੜ ਕੇ ਬਾਹਰ ਕੱਢ ਦਿੰਦੇ ਨੇ। ਕਿਉਂਕਿ ਮੁਸਲਮਾਨ ਇੰਨੇ ਭੈੜੇ ਨੇ, ਮੈਂ ਤਾਂ ਇਹਨਾਂ ਨੂੰ ਵੇਖਿਆ। ਤੁਸੀਂ ਟਰਕ ਕੇ ਮਰ ਜਾਓ, ਜਿੰਨੇ ਮਰਜ਼ੀ ਤਰਲੇ ਮਾਰੋ, ਤੁਹਾਡੇ ਤੋਂ ਲੈ ਕੇ ਕਿਣਕਾ ਪ੍ਰਸ਼ਾਦ ਦਾ ਲੈ ਕੇ ਨਹੀਂ ਖਾਣਗੇ। ਇੰਨੇ ਕੱਟੜ ਹੁੰਦੇ ਨੇ। ਗੁਰਦੁਆਰੇ ਪੱਥਰ ਲਾਉਣਗੇ, ਪੈਸੇ ਗੁਰਦੁਆਰਿਓਂ ਦਿਹਾੜੀ ਗੁਰਦੁਆਰਿਓਂ ਪਾਉਣਗੇ, ਪਰ ਇਹ ਮੱਥਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਗੇ। ਕਿਤੇ ਵੇਖ ਲਿਓ।
ਕੜਾ ਪ੍ਰਸ਼ਾਦ ਮੂੰਹ 'ਚ ਨਹੀਂ ਪਾਉਣਗੇ। ਦੇ ਕੇ ਵੇਖ ਲਿਓ। ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਦਾ ਟਾਈਮ ਤਾਂ ਮੰਗਣਗੇ ਵੀ ਮਰਦਾਨੇ ਦੀ ਕੁੱਲ 'ਚੋਂ। ਮਰਦਾਨਾ ਕੋਈ ਇਸ ਤਰ੍ਹਾਂ ਥੋੜ੍ਹਾ ਸੀਗਾ। ਉਹ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਇੰਨਾ ਸ਼ਰਧਾਲੂ ਸੀਗਾ, ਕਿਉਂਕਿ ਗੁਰੂ ਸਾਹਿਬ ਤੋਂ ਬਗੈਰ ਉਹ ਸਾਹ ਹੀ ਨਹੀਂ ਸੀ ਲੈਂਦਾ। ਸਾਰੀ ਉਮਰ ਉਹਨੇ ਆਪਦਾ ਘਰ-ਬਾਰ, ਆਪਦੇ ਨਿਆਣੇ ਛੱਡ ਦਿੱਤੇ, ਇੱਕੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੈਣ ਹੋਇਆ ਸੀਗਾ। ਇਹ ਲੋਕ ਕੇਵਲ ਪੈਸੇ ਦੇ ਲਾਲਚ ਖਾਤਰ ਸੰਗਤਾਂ ਕੋਲੋਂ ਸਤਿਕਾਰ ਕਰਾਉਣ ਲਈ, ਕੀਰਤਨ ਦੀ ਭੇਟਾ ਲੈਣ ਲਈ ਮਰਦਾਨੇ ਦਾ ਨਾਮ ਵਰਤਦੇ ਨੇ। ਪਰ ਮਰਦਾਨੇ ਦੇ ਕੁਲ ਵਾਲੇ ਭਾਵੇਂ ਹਨ, ਪਰ ਉਹਦੀ ਮਰਿਆਦਾ ਦੇ ਉੱਪਰ ਨਹੀਂ ਚੱਲਦੇ। ਮਰਦਾਨੇ ਭਾਈ ਸਾਹਿਬ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀਗਾ ਵੀ ਕੇਸ ਨਹੀਂ ਕਟਾਉਣੇ, ਤੇ ਪਰ ਇਹ ਦਾੜੀ ਕਟਾਉਂਦੇ ਨੇ, ਕੇਸ ਕਟਾਉਂਦੇ ਨੇ। ਉਹ ਫਿਰ ਮਰਦਾਨੇ ਦੀ ਕੁਲ ਵਾਲੇ ਕਿਵੇਂ ਅਖਵਾ ਸਕਦੇ ਨੇ? ਕਿਉਂਕਿ ਮਰਦਾਨੇ ਦੀ ਮੁਸਲਮਾਨ ਘਰਾਣੇ ਦੀ ਕੁਲ ਵਿੱਚ ਪੈਦਾ ਹੋਣ ਨਾਲ ਹੀ ਮਰਦਾਨੇ ਦੀ ਕੁਲ ਨਹੀਂ ਬਣ ਸਕਦੀ। ਮਰਦਾਨੇ ਦੀ ਕੁਲ ਤਾਂ ਗੁਰੂ ਘਰ ਦੀ ਕੁਲ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਬਚਨ ਕੀਤਾ, ਜੇ ਹਰ ਛੋਡੋਂ ਤੋਂ ਕੁਲ ਲਾਗੇ ਗਾਲ, ਕਿ ਮੈਂ ਜੇ ਹਰੀ ਦਾ ਨਾਮ ਜਪਣਾ ਛੱਡਦਾ ਹਾਂ ਤਾਂ ਮੇਰੀ ਕੁਲ ਨੂੰ ਗਾਲ ਲੱਗਦੀ ਹੈ। ਕੁਲ ਕਿਹੜੀ ਹੈ? ਭਗਤਾਂ ਦੀ, ਸੰਤਾਂ ਦੀ, ਨਾਮ ਅਭਿਆਸੀਆਂ ਦੀ। ਇੰਝ ਮਰਦਾਨੇ ਦੀ ਕੁਲ ਮੁਸਲਮਾਨ ਮਰਾਸੀਆਂ ਦੀ ਕੁਲ ਨਹੀਂ ਹੈ। ਉਹਦੇ 'ਚ ਜੰਮਿਆ ਕੋਈ ਅਧਿਕਾਰ ਨਹੀਂ ਰੱਖਦਾ ਵੀ ਮੈਂ ਗੁਰਦੁਆਰੇ ਕੀਰਤਨ ਕਰਾਂ, ਮੈਨੂੰ ਜ਼ਰੂਰੀ ਟਾਈਮ ਮਿਲਣਾ ਚਾਹੀਦਾ। ਮਰਦਾਨੇ ਦੀ ਕੁਲ ਗੁਰੂ ਨਾਨਕ ਸਾਹਿਬ ਦੀ ਕੁਲ ਹੈ। ਜਿਹਨੇ ਸਤਿਗੁਰੂ ਨਾਨਕ ਦੇਵ ਜੀ ਦਾ ਬਚਨ ਮੰਨ ਕੇ ਕੇਸ ਨਹੀਂ ਕਟਾਏ ਤੇ ਗੁਰੂ ਸਾਹਿਬ ਦੀ ਮਰਿਆਦਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਭੋਗ ਲੱਗਿਆ ਪ੍ਰਸ਼ਾਦਾ ਛਕਦੇ ਰਹੇ। ਇਉਂ ਹਰਿਮੰਦਰ ਸਾਹਿਬ ਦੇ ਅੰਦਰ ਅੱਜ ਕੱਲ੍ਹ ਭਾਵੇਂ ਕੋਈ ਮਰਦਾਨੇ ਦੀ ਕੁਲ ਦਾ ਵੀ ਕਹਾਵੇ, ਕਿਸੇ ਮਰਾਸੀ ਨੂੰ, ਮੁਸਲਮਾਨ ਨੂੰ ਉੱਥੇ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਕਾਰਨ ਕੀ ਹੈ? ਕਿ ਉਹਨਾਂ ਦੀ ਦਾੜੀ ਕੱਟੀ ਹੁੰਦੀ ਹੈ ਤੇ ਉਹ ਤੰਬਾਕੂ ਖਾਂਦੇ ਹੁੰਦੇ ਨੇ। ਤੰਬਾਕੂ ਖਾਣ ਵਾਲੇ ਨੂੰ ਤੇ ਦਾੜੀ ਕੱਟੀ ਵਾਲੇ ਨੂੰ ਹਰਿਮੰਦਰ ਸਾਹਿਬ ਕੀਰਤਨ ਥੋੜ੍ਹੋ ਕਰਨ ਦਿੱਤਾ ਜਾਂਦਾ ਹੈ। ਇਉਂ ਇਕੱਲੀ ਮਰਦਾਨੇ ਦੀ ਕੁਲ ਨਹੀਂ ਚੱਲਦੀ, ਮਰਿਆਦਾ ਨਾਲ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜੇ ਸੱਚਮੁੱਚ ਅਸੀਂ ਗੁਰੂ ਸਾਹਿਬ ਦੇ ਸ਼ਰਧਾਲੂ ਹਾਂ। ਪੀਰ ਬੁੱਧੂ ਸ਼ਾਹ ਮੁਸਲਮਾਨ ਸੀਗਾ, ਪਰ ਉਹਨੇ ਕੇਸ ਨਹੀਂ ਸਨ ਕਟਾਏ। ਤੰਬਾਕੂ, ਬੀੜੀ, ਜਰਦੇ, ਖੈਣੀ ਦੀ ਵਰਤੋਂ ਨਹੀਂ ਸੀ ਕਰਦਾ। ਇਸੇ ਤਰ੍ਹਾਂ ਸੋ ਇਹ ਭਾਈ ਮਰਦਾਨਾ ਸਾਹਿਬ ਜੀ, ਇਹ ਵੀ ਸਾਰੀ ਉਮਰ ਨਸ਼ੇ ਪੱਤੇ ਤੋਂ ਰਹਿਤ ਰਹੇ ਨੇ ਤੇ ਕੇਸਾਧਾਰੀ ਹੋਏ ਹਨ। ਸੋ ਜਿਹਨੇ ਉਹ ਠਸਕੇ ਪਿੰਡ ਦਾ ਰਹਿਣ ਵਾਲਾ ਜਿਹੜਾ ਪੀਰ ਸੀਗਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦ ਪਟਨਾ ਸਾਹਿਬ ਦੀ ਧਰਤੀ 'ਤੇ ਅਵਤਰੇ, ਛੋਟੀ ਉਮਰ 'ਚ ਕੁੱਜੀਆਂ ਲੈ ਕੇ ਹਾਜ਼ਰ ਹੋਇਆ। ਸਾਧ ਸੰਗਤ ਜੀਓ, ਉਹ ਵੀ ਪੀਰ ਕੇਸਾਧਾਰੀ ਸੀਗਾ। ਇਸ ਲਈ ਭਾਵੇਂ ਕੋਈ ਮੁਸਲਮਾਨ ਵੀ ਹੈ, ਕਹਿੰਦਾ ਮੈਂ ਗੁਰੂ ਜੀ ਦਾ ਸ਼ਰਧਾਲੂ ਹਾਂ, ਉਹਦੇ ਕੇਸ ਕੱਟੇ ਨਹੀਂ ਹੋਣੇ ਚਾਹੀਦੇ, ਤਾਂ ਹੀ ਅਸਲੀ ਸਿੱਖ ਅਖਵਾ ਸਕਦਾ ਹੈ। ਇਉਂ ਸੋ ਤੰਬਾਕੂ ਪੀਣ ਵਾਲੇ ਨੂੰ, ਮੂੰਹ ਸਿਰ ਮਨਾਉਣ ਵਾਲੇ ਨੂੰ ਸਮਾਂ ਨਹੀਂ ਮਿਲਦਾ। ਮਹਾਰਾਜ ਨੇ ਆਗਿਆ ਕੀਤੀ ਆ ਵੀ ਇਹਨਾਂ ਮਰਾਸੀਆਂ ਦੇ ਕੋਲੋਂ ਕਦੇ ਕੀਰਤਨ ਨਹੀਂ ਸੁਣਨਾ। ਜੇ ਵਿਆਹ ਦੇ ਵਿੱਚ ਤੁਹਾਡੇ ਆ ਵੀ ਜਾਣ ਧੀ ਪੁੱਤ ਦੇ, ਤੇ ਕਹਿਣਾ ਵੀ ਗੁਰੂ ਨਾਨਕ ਸਾਹਿਬ ਦੀ ਵਾਰ ਸੁਣਾਓ। ਮਹਾਰਾਜ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਵੀ ਘਰ ਘਰ ਵਿੱਚ ਹੀ ਸ਼ਬਦ ਲਈ ਫਿਰਿਆ ਕਰਨਗੇ, ਇਹਨਾਂ ਨੂੰ ਕੋਈ ਵੀ ਨਹੀਂ ਪੁੱਛੇਗਾ। ਡੂਮ ਜਾਤ ਪਛਤਾਏ ਹੈ ਤ੍ਰਿਸ਼ਨਾ ਡਹਿਕਾਏ, ਲੀਏ ਸ਼ਬਦ ਘਰ ਘਰ ਫਿਰੈ ਨੇ ਹੋਏ ਤ੍ਰਿਪਤਾਏ। ਪਾਏ ਅਨਾਦਰ ਜਿਤ ਕੇ ਤੀ ਬਿਨ ਕਹੇ ਸੋ ਜਾਵੈ, ਤਉ ਨ ਸਿੱਖ ਮੁਖ ਲਾਏ ਹੈ ਦੁੱਖ ਲਹਿ ਅਕੁਲਾਵੈ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨਾਂ ਦੁਆਰਾ ਗੁਰੂ ਕੇ ਸੇ ਕੀਰਤਨ ਕਰਨ ਲੱਗ ਗਏ।
ਅਤੇ ਮੂਰਖ ਡੂਮਾ ਨੂੰ ਆਪਣੇ ਕਰਮਾਂ ਅਨੁਸਾਰ ਸਜ਼ਾ ਮਿਲ ਗਈ। ਉਸੇ ਦਿਨ ਤੋਂ ਉਹਨਾਂ ਦੇ ਸਰੀਰ ਫਿੱਟ ਗਏ ਅਤੇ ਮੂੰਹ ਪੱਕ ਗਏ, ਤੇ ਸਤਿਗੁਰਾਂ ਦੇ ਬਚਨਾਂ ਦੇ ਡਰ ਕਾਰਨ ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ। ਸਾਰੇ ਹੀ ਇਹਨਾਂ ਨੂੰ ਆਉਂਦਿਆਂ ਵੇਖ ਕੇ ਇੱਧਰ ਉੱਧਰ ਹੋ ਜਾਂਦੇ ਸਨ। ਇਹ ਕਈ ਸਿੱਖਾਂ ਦੇ ਘਰਾਂ ਵਿੱਚ ਗਏ, ਕੋਈ ਵੀ ਡਰਦਾ ਇਹਨਾਂ ਦੀ ਫਰਿਆਦ ਨਾ ਸੁਣੇ। ਇਹ ਇੱਕ ਬਹੁਤ ਜ਼ਿਆਦਾ ਦਰਦਨਾਕ ਨਜ਼ਾਰਾ ਸੀ। ਜਿਨ੍ਹਾਂ ਨੂੰ ਹੱਥੀਂ ਛਾਵਾਂ ਹੋਣ, ਉਹਨਾਂ ਦੇ ਪਰਛਾਵੇਂ ਤੋਂ ਲੋਕ ਡਰਦੇ ਪਏ ਹਨ। ਜਿਸ ਵੇਲੇ ਦੁੱਖ ਦੇ ਕਾਰਨ ਹੰਕਾਰ ਦੂਰ ਹੋ ਗਿਆ ਤਾਂ ਮਨ ਵਿੱਚ ਪਛਤਾਵਾ ਕਰਨ ਲੱਗ ਪਏ ਕਿ ਅਸੀਂ ਪਦਾਰਥਾਂ ਦੀ ਘਾਟ ਕਾਰਨ ਧੱਕੇ ਖਾਂਦੇ ਫਿਰਦੇ ਸੀ। ਇਹਨਾਂ ਗੁਰਾਂ ਨੇ ਸਾਡੇ ਦੇ ਤਰਸ ਖਾ ਕੇ ਸਾਨੂੰ ਧਨ ਪਦਾਰਥ ਅਤੇ ਆਦਰ ਦਿੱਤਾ, ਪਰ ਅਸੀਂ ਇਹਨਾਂ ਦੀ ਕੋਈ ਕਦਰ ਨਾ ਪਾਈ। ਸਤਿਗੁਰੂ ਜੀ ਆਪ ਚੱਲ ਕੇ ਵੀ ਸਾਡੇ ਘਰ ਆਏ, ਪਰ ਅਸੀਂ ਹੰਕਾਰ ਕਾਰਨ ਉਸ ਵਕਤ ਵੀ ਗੁਰਾਂ ਦਾ ਸਤਿਕਾਰ ਨਾ ਕੀਤਾ। ਇਹਨਾਂ ਨੇ ਬਹੁਤੇ ਵਾਰ ਭਾਈ ਗੁਰਦਾਸ ਜੀ ਅਤੇ ਹੋਰ ਗੁਰਸਿੱਖਾਂ ਦੇ ਪਾਸੋਂ ਭਾਈ ਲੱਦੇ ਪਰਉਪਕਾਰੀ ਦੀ ਮਹਿਮਾ ਸੁਣੀ ਸੀ ਕਿ ਭਾਈ ਲੱਦਾ ਜੀ ਬੜਾ ਪਰਉਪਕਾਰੀ ਮਹਾਂਪੁਰਖ ਹੈ। ਇਹਨਾਂ ਨੇ ਸੋਚਿਆ ਕਿ ਭਾਈ ਲੱਦੇ ਦੇ ਕੋਲ ਜਾ ਕੇ ਫਰਿਆਦ ਕੀਤੀ ਜਾਏ, ਕੀਤੀ ਪੁਰ ਨੂੰ ਬਖਸ਼ਾਉਣ ਲਈ ਬੇਨਤੀ ਕਰੀਏ, ਕਿਉਂਕਿ ਉਹ ਸਿੱਖ ਪਰਉਪਕਾਰੀ ਹੈ। ਇਉਂ ਇਹ ਦੋਵੇਂ ਆਪਣੇ ਫਟੇ ਹੋਏ ਸਰੀਰਾਂ ਨੂੰ ਬਸਤਰ ਨਾਲ ਢੱਕ ਕੇ ਲਾਹੌਰ ਵੱਲ ਨੂੰ ਚੱਲ ਪਏ। ਲਾਹੌਰ ਪੁੱਜ ਕੇ ਭਾਈ ਲੱਦੇ ਦਾ ਘਰ ਪੁੱਛਿਆ ਅਤੇ ਭਾਈ ਲੱਦੇ ਦੇ ਘਰ ਵੱਲ ਨੂੰ ਤੁਰ ਪਏ। ਜਦ ਭਾਈ ਲੱਦੇ ਨੂੰ ਪਤਾ ਲੱਗਿਆ ਕਿ ਸਤਿਗੁਰਾਂ ਦੇ ਫਟਕਾਰੇ ਗੁਰੂ ਨਿੰਦਕ ਡੂਮ ਇੱਧਰ ਘਰ ਵੱਲ ਆ ਰਹੇ ਨੇ, ਤਾਂ ਭਾਈ ਲੱਦੇ ਨੂੰ ਦੂਰੋਂ ਹੀ ਵੇਖ ਕੇ ਭਾਈ ਲੱਦੇ ਨੇ ਇਹਨਾਂ ਨੂੰ ਦੂਰੋਂ ਵੇਖ ਕੇ ਹੀ ਦਰਵਾਜ਼ਾ ਬੰਦ ਕਰ ਲਿਆ, ਕਿਉਂਕਿ ਉਹਨਾਂ ਦੇ ਮੱਥੇ ਲੱਗਣਾ ਵੀ ਪਾਪ ਸੀ। ਇਹਨਾਂ ਦੇ ਹਿਰਦੇ ਵਿੱਚ ਉਹ ਰਹਿੰਦੀ ਖੁੰਦੀ ਧੀਰਜ ਵੀ ਟੁੱਟ ਗਈ। ਉਸੇ ਜਗ੍ਹਾ ਦਰਵਾਜ਼ਾ ਮਲ ਕੇ ਬੈਠ ਗਏ ਤੇ ਬੇਨਤੀਆਂ ਕਰਨ ਲੱਗ ਪਏ, ਹੇ ਭਾਈ ਲੱਦਾ ਜੀ ਦਰਵਾਜ਼ਾ ਖੋਲੋ, ਅੱਜ ਤਾਂ ਤੁਹਾਡੀ ਮਹਿਮਾ ਸੁਣ ਕੇ ਆਏ ਹਾਂ, ਇੱਥੋਂ ਵਾਪਸ ਨਹੀਂ ਜਾਵਾਂਗੇ। ਜਾਂ ਸਾਨੂੰ ਗੁਰਾਂ ਦੇ ਕੋਲੋਂ ਬਖਸ਼ਾ ਦੇਵੋ, ਨਹੀਂ ਤਾਂ ਇਸੇ ਹੀ ਜਗ੍ਹਾ ਅਸੀਂ ਆਪਣੇ ਪ੍ਰਾਣ ਤਿਆਗ ਦੇਵਾਂਗੇ। ਜਦ ਇਹਨਾਂ ਦੋਵੇਂ ਭਰਾਵਾਂ ਨੇ ਇੰਜ ਬੇਨਤੀਆਂ ਕੀਤੀਆਂ ਤਾਂ ਭਾਈ ਲੱਦੇ ਦਾ ਹਿਰਦਾ ਪਰਉਪਕਾਰ ਵਾਲੇ ਸੁਭਾਅ ਅਨੁਸਾਰ ਪ੍ਰਸੰਨਤਾ ਵਿੱਚ ਆਇਆ। ਅਤੇ ਉਹਨਾਂ ਦੀ ਸਾਰੀ ਵਿਥਿਆ ਸੁਣੀ। ਸਾਰੀ ਵਿਥਿਆ ਸੁਣ ਕੇ ਭਾਈ ਲੱਦਾ ਜੀ ਕਹਿਣ ਲੱਗੇ ਕਿ ਸਤਿਗੁਰਾਂ ਦਾ ਹੁਕਮ ਕੀ ਹੈ। ਇਹ ਕਹਿਣ ਲੱਗੇ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਇਹਨਾਂ ਨੂੰ ਬਖਸ਼ਾਉਣ ਵਾਲੇ ਦਾ ਸਿਰ ਮੂੰਹ ਕਾਲਾ ਕਰਕੇ ਗਧੇ ਤੇ ਚੜਾਵਾਂਗੇ। ਭਾਈ ਲੱਦਾ ਜੀ ਨੇ ਵਿਚਾਰਿਆ ਕਿ ਜੇ ਗੁਰਾਂ ਦੇ ਪਾਸ ਬੇਨਤੀ ਕਰਨ ਪਹਿਲਾਂ ਚਲਿਆ ਗਿਆ ਤਾਂ ਗੁਰਾਂ ਦੇ ਬਚਨ ਦੀ ਉਲੰਘਣਾ ਹੋਵੇਗੀ, ਤੇ ਜੇ ਮੈਂ ਗੁਰਾਂ ਦੇ ਬਚਨ ਨੂੰ ਮੰਨ ਕੇ ਮੂੰਹ ਸਿਰ ਕਾਲਾ ਕਰਵਾ ਕੇ ਗਧੇ ਤੇ ਚੜ੍ਹ ਕੇ ਗੁਰਾਂ ਕੋਲ ਜਾ ਕੇ ਬੇਨਤੀ ਕਰਾਂ ਤਾਂ ਕਿੰਨਾ ਚੰਗਾ ਹੋਵੇ। ਇਹਦੇ 'ਚ ਭਲਾ ਮੇਰਾ ਕੀ ਨੁਕਸਾਨ ਹੈ, ਕਿਉਂਕਿ ਸੰਸਾਰੀ ਇੱਜ਼ਤ ਫੋਕੀ ਹੈ। ਗੁਰੂ ਸਾਹਿਬ ਦੇ ਬਚਨ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਆਪ ਦੀ ਇੱਜ਼ਤ ਪਰਲੋਕ ਵਿੱਚ ਨਾਲ ਨਹੀਂ ਜਾਵੇਗੀ, ਅਤੇ ਜਿਸ ਦੁਆਰੇ ਸ਼ੋਭਾ ਹੈ ਉਹ ਦੁਆਰਾ ਤਾਂ ਇਸ ਸ਼ੋਭਾ ਦਾ ਮੁੱਲ ਹੀ ਨਹੀਂ ਪਾਉਂਦਾ। ਇਸ ਲਈ ਜੇ ਪਿਆਰੀ ਸੰਗਤ ਦੀ ਸੇਵਾ ਵਿੱਚ ਇੱਜ਼ਤ ਵੀ ਜਾਂਦੀ ਹੈ ਤਾਂ ਜਾਵੇ। ਸੰਸਾਰੀ ਲੋਕ ਮਾੜਾ ਕਹਿਣ ਦਾ ਕਹੀ ਜਾਣ, ਮੈਂ ਜੋ ਕਰਨ ਲੱਗਾ ਉਹ ਸੇਵਾ ਹੈ ਤੇ ਸਤਿਗੁਰੂ ਜੀ ਦਾ ਹੁਕਮ ਹੈ। ਇਹ ਸੋਚ ਕੇ ਇਹਨੇ ਆਪਦੇ ਹੱਥੀਂ ਆਪਦਾ ਮੂੰਹ ਤੇ ਸਿਰ ਕਾਲਾ ਕੀਤਾ ਤੇ ਕਿਰਾਏ ਤੇ ਪਹਾੜੇ ਤੇ ਖੋਤਾ ਮੰਗਵਾ ਕੇ ਉਹਦੇ ਉੱਪਰ ਚੜ੍ਹ ਕੇ ਬੈਠ ਗਏ। ਢੋਲ ਵਾਲਾ ਅੱਗੇ ਲਵਾ ਲਿਆ,
ਤੇ ਲਾਹੌਰ ਬਾਜ਼ਾਰਾਂ ਵਿੱਚੋਂ ਹੁੰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਤੁਰ ਪਏ। ਬਾਜ਼ਾਰੀ ਮੁੰਡੇ ਇਕੱਠੇ ਹੁੰਦੇ ਨੇ, ਇਸਤਰੀਆਂ ਕੋਠਿਆਂ ਦੇ ਚੜ੍ਹ ਕੇ ਵੇਖਦੀਆਂ ਨੇ। ਸਿਆਣੇ ਪੁਰਖ ਖੜੋ ਖੜੋ ਕੇ ਤੱਕਦੇ ਹਨ ਕਿ ਇਸ ਪੁਰਖ ਨੇ ਐਸਾ ਕਿਹੜਾ ਮੰਦ ਕਰਮ ਕੀਤਾ ਹੈ ਜੋ ਕਿ ਇਹਨੂੰ ਇੰਨੀ ਭੈੜੀ ਸਜ਼ਾ ਮਿਲੀ ਹੈ। ਜਦੋਂ ਸਿਆਣੇ ਪੁਰਖ ਕਾਰਨ ਸੁਣਦੇ ਨੇ ਤਾਂ ਸੀਸ ਨਵਾ ਕੇ ਕਹਿੰਦੇ ਹਨ ਕਿ ਧੰਨ ਪਰਉਪਕਾਰੀ ਭਾਈ ਲੱਦਾ, ਧੰਨ ਪਰਉਪਕਾਰੀ ਭਾਈ ਲੱਦਾ ਜੀ ਤੋਂ ਧੰਨ ਹੈ। ਇਉਂ ਸ਼ਹਿਰਾਂ ਪਿੰਡਾਂ ਵਿੱਚ ਹੁੰਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ, ਗਲੀ ਗਲੀ ਸਾਰੇ ਸ਼ਹਿਰ ਵਿੱਚ ਫਿਰਨਾ ਕੀਤਾ। ਕਿਤਨੀ ਭਿਆਨਕ ਦੇ ਨਿੰਦਿਆਯੋਗ ਸੂਰਤ ਹੈ, ਕਾਲੀ ਡਰਾਉਣੀ ਤੇ ਮਾੜੀ। ਪਰ ਅੰਦਰ ਇਹਨਾਂ ਕਾਲੀਆਂ ਕਟਾਂ ਦੇ ਹੇਠ ਪ੍ਰੇਮ ਦਾ ਸੂਰਜ ਦਮਕਾ ਮਾਰਿਆ। ਹਿਰਦੇ ਵਿੱਚ ਪਿਆਰੇ ਸਤਿਗੁਰੂ ਦਾ ਧਿਆਨ ਹੈ, ਚਰਨ ਸ਼ਰਨ ਵਿੱਚ ਮਨ ਮਸਤ ਹੈ ਅਤੇ ਇੰਜ ਬੇਨਤੀ ਕਰ ਰਿਹਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪਰਣਮਦ ਨਾਨਕ ਹੁਕਮ ਪਛਾਣ, ਸੁਖ ਹੋਵੇ ਦਿਨ ਰਾਤੀ। ਰਸ ਵਿੱਚ ਜੁੜੇ, ਪ੍ਰੇਮ ਦੇ ਵਿੱਚ ਪੂਰੇ, ਇੱਜ਼ਤ ਮਾਣ ਵਡਿਆਈ ਦਾ ਸੰਨਿਆਸ। ਸੱਚਾ ਸੰਨਿਆਸੀ ਜੋ ਆਪਣੇ ਤੋਂ ਛੁੱਟ ਕੇ ਦੂਜੇ ਦਾ ਕੁਝ ਸਵਾਰੇ, ਉਹ ਸੰਨਿਆਸ ਧਾਰ ਕੇ ਭਾਈ ਲੱਦਾ ਜੀ ਸਤਿਗੁਰਾਂ ਦੀ ਸ਼ਰਨ ਵਿੱਚ ਆ ਰਹੇ ਨੇ। ਲੋਕਾਂ ਦੀ ਭੀੜ ਵੀ ਨਾਲ ਹੀ ਹੈ। ਅੰਤਰਜਾਮੀ ਗੁਰੂ ਨੇ ਧੂਮ ਧੜਕਾ ਸੁਣ ਕੇ ਸਿੱਖਾਂ ਨੂੰ ਪੁੱਛਿਆ ਕਿ ਕੌਣ ਆ ਰਿਹਾ, ਕੋਈ ਪਿਆਰਾ ਸਿੱਖ ਹੈ ਜਾਂ ਸੰਗਤ ਹੈ। ਸਿੱਖਾਂ ਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਕਹਿ ਸੁਣਾਈ ਕਿ ਸਤਿਗੁਰੂ ਤੁਹਾਡੇ ਹੁਕਮ ਦੀ ਪਾਲਣਾ ਕਰਦਿਆਂ ਭਾਈ ਲੱਦਾ ਜੀ ਪਰਉਪਕਾਰੀ ਮਹਾਂਪੁਰਖ ਗੁਰੂ ਘਰ ਦੇ ਨਿੰਦਕ, ਗੁਰੂ ਦੇ ਨਿੰਦਕ ਡੂਮਾਂ ਨੂੰ ਬਖਸ਼ਾਉਣ ਵਾਸਤੇ ਆ ਰਹੇ ਹੈ। ਪਿਆਰੇ ਸਿੱਖਾਂ ਨੂੰ ਪਰਉਪਕਾਰ ਵਾਸਤੇ ਇਸ ਰੂਪ ਦੇ ਵਿੱਚ ਵੇਖ ਕੇ ਸਤਿਗੁਰਾਂ ਦੀ ਨੇਤਰਾਂ ਵਿੱਚ ਵਿਰਾਗ ਦਾ ਜਲ ਵਹਿ ਤੁਰਿਆ। ਤਦੋਂ ਸੰਗਤਾਂ ਦੇ ਪਿਆਰੇ ਤੇ ਸਿੱਖਾਂ ਨੂੰ ਇਤਨਾ ਉੱਚਾ ਜਾਣਨ ਵਾਲੇ ਸਤਿਗੁਰੂ ਜੀ ਉਸ ਵਿਰਾਗ ਦੇ ਵਿੱਚ ਅੱਗੇ ਵਧੇ ਅਤੇ ਪਿਆਰੇ ਸਿੱਖ ਨੂੰ ਅੱਗੇ ਹੋ ਕੇ ਭਾਈ ਲੱਦਾ ਜੀ ਨੂੰ ਹੇਠਾਂ ਉਤਰਨ ਲਈ ਇਸ਼ਾਰਾ ਕੀਤਾ ਅਤੇ ਵਿਰਾਗ ਦੇ ਬਚਨ ਬੋਲੇ। ਸ੍ਰੀ ਅਰਜਨ ਅਵਲੋਕਨ ਕੀਨਸ, ਲੋਚਨ ਜਲ ਪੂਰਨ ਹੋਏ ਆਏ, ਗੁਰ ਮਾਰੇ ਕੋ ਸਿੱਖ ਬਚਾਵੈ, ਸਿੱਖ ਮਾਰੇ ਤਿਸ ਨਹਿ ਕਿਤ ਥਾਏ। ਕਿ ਆਓ ਭਾਈ ਲੱਦਾ ਪਰਉਪਕਾਰੀ ਜੀ, ਗੁਰੂ ਦੇ ਮਾਰੇ ਨੂੰ ਤਾਂ ਸਿੱਖ ਬਚਾ ਲੈਂਦੇ ਨੇ, ਪਰ ਸਿੱਖ ਦਾ ਮਾਰਿਆ ਗੁਰੂ ਨਹੀਂ ਬਚਾਉਂਦਾ। ਭਾਈ ਲੱਦਾ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਆਪ ਦਾ ਸੀਸ ਧਰ ਕੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਮੈਂ ਤੁਹਾਡੇ ਦਰ ਤੋਂ ਫਿਟਕਿਆਂ ਦਾ ਆ ਫਿਟਕਾਰਿਆ ਵਿਚੋਲਾ ਬਣ ਕੇ ਆਇਆ ਹਾਂ। ਹੇ ਪਿਆਰੇ ਸਤਿਗੁਰੂ ਜੀ, ਤੁਹਾਡੇ ਕੋਮਲ ਪ੍ਰੇਮ ਅਤੇ ਇਸ਼ਟ ਭਾਵਨਾ ਨੂੰ ਚੋਟ ਲਾਉਣ ਵਾਲੇ ਗੁਰੂ ਨਿੰਦਕਾਂ ਦਾ ਪੱਖੀ ਹੋ ਕੇ ਮੈਂ ਤਿਰਕਾਰਿਆ ਤੇਰੇ ਦੁਆਰੇ ਆਇਆ। ਹੇ ਵੈਰ ਤੋਂ ਰਹਿ ਸਤਿਗੁਰੂ ਜੀ, ਔਗਣ ਨਾ ਚਿਤਾਰਨੇ, ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਣਾ ਜੀ, ਕਿਉਂਕਿ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਦਾ ਸਾਗਰ ਅਪਰ ਅਪਾਰ ਹੈ ਜੋ ਸਾਡੀ ਜੀਵਨ ਦੀ ਭੁੱਲ ਦਾ ਭਾਂਬੜ ਬੁਝਾ ਦੇਵੇਗਾ। ਭਾਈ ਲੱਦੇ ਜੀ ਦੇ ਐਸੇ ਨਿਮਰਤਾ ਭਰੇ ਬਚਨਾਂ ਨੂੰ ਸੁਣ ਕੇ
सतगुरु महाराज का हिरदा पसीजिया गया। सिख की करनी अति कुर्बानी ती आप दरवे। जो सिख परोपकार करन वास्ते इज्जत नामने ते वडियाई नूं रोड़न वाला सी, उस नूं पतत पावन दीनाबंधु सतगुरां ने धरती तो चुक के अपने सीने नाल लगा लिया ते सतगुरां ने वचन कीता, धन सिखी, धन सिखी, धन सिखी, धन सिखी, धन सिखी जी, धन सिखी, धन सिखी बाजा वाले दी। धन सिखी, धन सिखी बाजा वाले दी। धन सिखी, धन सिखी बाजा वाले दी। गुरु साहब की सिखी धन है, जिहड़ी निमरता सिखालदी है। ਇਹ ਭਾਈ ਲੱਦਾ ਪਰਉਪਕਾਰੀ ਜੀਓ, ਤੁਸੀਂ ਧੰਨ ਹੋ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਧੰਨ ਹਨ। ਤੁਹਾਡੀ ਧਾਰਨ ਕੀਤੀ ਸਿੱਖੀ ਦੀ ਮਰਿਆਦਾ ਨੂੰ ਵੀ ਨਮਸਕਾਰ ਹੈ। ਕੁਝ ਸਮੇਂ ਬਾਅਦ ਸਤਿਗੁਰੂ ਜੀ ਨੇ ਭਾਈ ਲੱਦੇ ਲਈ ਜਲ ਮੰਗਵਾਇਆ, ਜੋ ਕਾਲਖ ਪਰਉਪਕਾਰ ਹਿਤ ਜਾਂ ਸੇਵਾ ਹਿਤ ਲੱਗੀ ਸੀ, ਅਤੇ ਜੋ ਘੋਰ ਕਾਲਖ ਗੁਰੂ ਹੁਕਮ ਮੰਨਣ ਵਿੱਚ ਲੱਗੀ ਸੀ, ਉਹ ਕਾਲਖ ਸਤਿਗੁਰਾਂ ਨੇ ਆਪ ਆਪਣੇ ਪਵਿੱਤਰ ਪਾਵਨ ਕਰ ਕਮਲਾਂ ਦੇ ਨਾਲ ਮੈਲ ਤੋਂ ਸਦਾ ਨਿਰਮਲ ਹੱਥਾਂ ਦੇ ਨਾਲ ਧੋਤੀ। ਗੁਰੂ ਪ੍ਰੇਮ ਦਾ ਇਸ਼ਾਰਾ ਹੀ ਸੀ ਕਿ ਸਾਰੀ ਸੰਗਤ ਹੀ ਉਸ ਪਰਉਪਕਾਰ ਦੇ ਸਰੀਰ ਤੋਂ ਮਲ ਮਲ ਕੇ ਪਾਣੀ ਨਾਲ ਮੈਲ ਧੋਣ ਲੱਗ ਪਈ। ਜਦੋਂ ਸਾਰੀ ਕਾਲਖ ਲੈ ਗਈ ਤਾਂ ਸੁੰਦਰ ਸਰੀਰ ਚਮਕਾਇਆ। ਸਤਿਗੁਰੂ ਜੀ ਪ੍ਰਸੰਨਤਾ ਦੇ ਸਹਿਤ ਕਹਿਣ ਲੱਗੇ ਕਿ हे ਭਾਈ ਲੱਦਾ ਜੀ, ਜੋ ਕੁਝ ਮੰਗਣਾ ਹੈ ਸੋ ਮੰਗ ਲਵੋ। ਤਾਂ ਭਾਈ ਲੱਦਾ ਜੀ ਨੇ ਹੱਥ ਜੋੜ ਬੇਨਤੀ ਕੀਤੀ, हे ਬਖਸ਼ਿੰਦ ਸਤਿਗੁਰੂ ਜੀ, ਸੱਤੇ ਤੇ ਬਲਵੰਡੇ ਨੂੰ ਬਖਸ਼ ਲਵੋ ਜੀ। ਸਤਿਗੁਰੂ ਜੀ ਕਹਿਣ ਲੱਗੇ, हे ਭਾਈ ਲੱਦਾ ਜੀ, ਇਹ ਬਖਸ਼ਣੇ ਯੋਗ ਨਹੀਂ ਹਨ। ਜੋ ਅਸੀਂ ਸਜ਼ਾ ਰੱਖੀ ਸੀ ਉਹ ਤੂੰ ਪੂਰੀ ਭੋਗ ਕੇ ਹੁਣ ਸਾਡੇ ਕੋਲ ਬੇਨਤੀ ਕਰਨ ਆਇਆ ਹੈ, ਪਰ ਤੇਰਾ ਬਚਨ ਅਮੋੜ ਹੈ। ਤੇਰੇ ਕਹੇ ਅਸੀਂ ਤਾਂ ਬਖਸ਼ ਦਿੰਦੇ ਹਾਂ। ਗੁੱਸਾ ਤਾਂ ਅਸੀਂ ਪਹਿਲਾਂ ਵੀ ਨਹੀਂ ਸੀ ਕੀਤਾ, ਪਰ ਇਹਨਾਂ ਨੇ ਜਿਸ ਮੁਖ ਨਾਲ ਸਾਡੇ ਵੱਡੇ ਸਤਿਗੁਰੂ ਸਾਹਿਬਾਨਾਂ ਦੀ ਨਿੰਦਿਆ ਕੀਤੀ ਹੈ, ਇਹ ਉਸੇ ਮੁਖ ਨਾਲ ਹੀ ਗੁਰਾਂ ਦਾ ਜਸ ਉਚਾਰਨ ਕਰਨ, ਤਾਂ ਹੀ ਇਹਨਾਂ ਦੇ ਪੱਕੇ ਹੋਏ ਗਲੇ ਠੀਕ ਹੋਣਗੇ। ਤਾਂ ਫਿਰ ਭਾਈ ਲੱਦਾ ਜੀ ਕਹਿਣ ਲੱਗੇ, हे ਸਤਿਗੁਰੂ ਜੀ, ਇਹਨਾਂ ਦੇ ਸਰੀਰ ਤੋਂ ਕੋਹੜ ਦਾ ਰੋਗ ਕਿਵੇਂ ਮਿਟੇਗਾ? ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਇਹਨਾਂ ਦਾ ਦੁੱਖ ਭੰਜਨੀ ਮੇਰੀ ਹੇਠ ਇਸ਼ਨਾਨ ਕਰਵਾ ਦੇਣਾ, ਉਹ ਦੂਰ ਕਰੇਗੀ। ਸਰੀਰ ਤੋਂ ਕੋਹੜ ਦਾ ਰੋਗ ਵੀ ਠੀਕ ਹੋ ਜਾਵੇਗਾ। ਸਤਿਗੁਰਾਂ ਦੇ ਇਤਨੇ ਬਚਨ ਸੁਣ ਕੇ ਤੇ ਸਤਿਗੁਰਾਂ ਤੋਂ ਆਗਿਆ ਲੈ ਕੇ ਭਾਈ ਲੱਦਾ ਜੀ ਸੱਤੇ ਤੇ ਬਲਵੰਡੇ ਦੇ ਘਰ ਗਿਆ ਅਤੇ ਜਾ ਕੇ ਦੱਸਿਆ ਕਿ ਸਤਿਗੁਰੂ ਜੀ ਨੇ ਤੁਹਾਨੂੰ ਬਖਸ਼ ਦਿੱਤਾ ਹੈ। ਉਸ ਵੇਲੇ ਉਹਨਾਂ ਦੇ ਹਿਰਦੇ ਵਿੱਚ ਮਿਹਰ ਦਾ ਮੀਂਹ ਵਰਸ ਗਿਆ ਅਤੇ ਉਹ ਅੰਦਰ ਦੀ ਤਪਸ਼ ਵੱਲੋਂ ਠੰਡੇ ਹੋ ਰਹੇ ਸਨ। ਜਲਨ ਬੁਝ ਰਹੀ ਸੀ। जलन बुझी शीतल हुए मनुआ सतगुर का दर्शन पाए जियो। अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दा तत् स्वरूप उन्हां नूं दिस रिहा सी। ਉਹ ਪ੍ਰੇਮ ਦੇ ਨਾਲ ਵੈਰਾਗ ਕਰ ਰਹੇ ਸਨ, ਪਰ ਸਰੀਰ ਅਜੇ ਰੋਗੀ ਸਨ। ਤਦ ਭਾਈ ਲੱਦੇ ਨੇ ਸਤਿਗੁਰਾਂ ਦੇ ਬਚਨ ਅਨੁਸਾਰ ਆਪ ਨਾਲ ਲਿਜਾ ਕੇ ਦੋਨਾਂ ਦਾ ਇਸ਼ਨਾਨ ਕਰਵਾਇਆ
आख्या पढ़ो शब्द का पाठ पढ़ो गुरमुखो ते दुख भंजनी मेरी हेठ इशनान करो। की पढ़दे इशनान करना चाहिए? एक ओंकार सतनाम करता पुरख निर्भव निर्वैर अकाल मूरत अजूनी सहभंग गुर प्रसाद जप आद सच जुगाद सच है भी सच नानक होसी भी सच। ये मूल मंत्र पहला पढ़े। किसी भी सरोवर दे विच जद आपां इशनान करन लगदे हां तां ये मूल मंत्र का पाठ जरूरी है। गुरुद्वारे आके भी भावें मत्था टेक के मुड़ जाओ पर बैठ के एक बार मूल मंत्र जरूर पढ़ो या 5 बार घट्टो घट्ट पढ़ो तां ही यात्रा सफल है। फिर वाहिगुरु कहना वाहिगुरु 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 वाहे जियो। ये शब्द का पाठ पढ़ना। गौड़ी महला पंजवा दो गौड़ी महला पंजवा मांझ एक ओंकार सतगुर प्रसाद दुख भंजन तेरा नाम जी दुख भंजन तेरा नाम। 8 पहर आराधिया पूर्ण सतगुर ज्ञान रहा जित कट वसै पार ब्रह्म सोई सुहावा थाओ। जम कंकर नेड़ न आवई रसना हर गुण गाओ। सेवा सुरत न जानिया ना जापै आराध ओढ़ तेरी जग जीवन मेरे ठाकुर यग में अगार। भय कृपाल गोसाइया नटे सोग संताप तती वाव न लग गई सतगुर रखे आप। गुर नारायण दइयो गुर गुर सच्चा सिरजनहार। गुर तुठै सब किश पाया जन नानक सद बलिहार। ये शब्द का पाठ करना। फिर सोरठ महला पंजवा घर तीजा दो पदे एक ओंकार सतगुर प्रसाद। रामदास सरोवर नहाते सब उतरे पाप कमाते निर्मल होए कर स्नाना गुरपुर कीने दाना रहाओ। सब कुशल खेम प्रभ धारे सही सलामत सब तो की उबारे। गुर का शब्द विचारे साधु संग मल लाथी पार ब्रह्म भयो साथी। नानक नाम ध्याया आदि पुरख प्रपाया। महला चौथा गुर सतगुर का जो सिखिया खाए सो भल के उठ हर नाम ते आवे। उदम करे भल के प्रभाती स्नान करे अमृतसर नहावे। उपदेश गुरु हर हर जप जापै सब किल विख पाप दोख ले जावे। फिर चढ़े दिवस गुरबाणी गावे बहदिया उठदिया हर नाम ध्यावे। जो सास ग्रास ध्याए मेरा हर हर सो गुरसिख गुरु मन भावै। सवास सास लैंदियां ग्रास गराही मूँह च पाउंदियां। साडे दमदमी टकसाल के एक ਗਿਆਨੀ ਸਿੰਘ ने ਗਿਆਨੀ ਪਲਵਿੰਦਰ ਪਾਲ ਸਿੰਘ जी बुटर साहब
ਇੱਕ ਵਾਰ ਮੈਨੂੰ ਕਹਿੰਦੇ ਤੂੰ ਰੋਟੀ ਖਾਂਦਿਆਂ ਜਪਜੀ ਸਾਹਿਬ ਪਾਠ ਕੀਤਾ ਕਦੀ? ਮੈਂ ਕਿਹਾ ਜੀ ਰੋਟੀ ਖਾਂਦਿਆਂ। ਤੁਸੀਂ ਦੱਸੋ ਹੁਣ, ਆਪਾਂ ਕੁਝ ਖਾਂਦੇ ਹੋਈਏ ਤੇ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹਾਂ? ਬਿਲਕੁਲ ਨਹੀਂ, ਕਿਉਂਕਿ ਆਪਾਂ ਆਪਦੀ ਜ਼ਬਾਨ ਨੂੰ ਤੇ ਦੰਦਾਂ ਨੂੰ ਤਾਂ ਖਾਣ ਵਿੱਚ ਬਿਜ਼ੀ ਕੀਤਾ ਹੋਇਆ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਓਅੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਨਾਉ ਕਰਤਾ ਕਾਦਰ ਕਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਇਹ ਸਤਿਗੁਰਾਂ ਦੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਨਾਉ ਕਰਤਾ ਕਾਦਰ ਕਰੇ। ਕਰਤਾ ਰਚਨਾ ਹਰ ਵਾਹਿਗੁਰੂ, ਜਿਸ ਦੇ ਨਾਮ ਨੂੰ ਸਮਰੱਥ ਕਰ ਦੇਵੇ, ਭਾਵ ਸਰਵ ਸ਼ਕਤੀਵਾਨ ਬਣਾ ਕੇ ਕੁਦਰਤ ਦਾ ਮਾਲਕ ਬਣਾ ਦੇਵੇ, ਜਾਂ ਜਿਸ ਦੇ ਨਾਮ ਨੂੰ ਆਪਣੇ ਕਾਦਰ ਸਦਰਸ਼ ਕਰ ਦੇਵੇ। ਕਿਉਂ ਬੋਲ ਹੋਵੇ ਜੋ ਖੀਮਦਾ। ਉਸ ਦੇ ਜੋ ਬੋਲ ਬਚਨ ਹੁੰਦੇ ਨੇ, ਉਹਨਾਂ ਬਚਨਾਂ ਨੂੰ ਕਿਸੇ ਵੀ ਜੀਵ ਤੋਂ ਬੁੱਧ ਰੂਪ ਤੱਕੜੀ 'ਚ ਪਾ ਕੇ ਕਿਸ ਪ੍ਰਕਾਰ ਜੋ ਖੀਵਦਾ ਜੋਖਣਾ ਹੋਵੇ, ਭਾਵ ਤੁਲਨਾ ਹੋਵੇ, ਜਾਂ ਬੋਲਾਂ ਕਰਕੇ ਉਸ ਦਾ ਜੋਖਣਾ ਕਿਸ ਪ੍ਰਕਾਰ ਹੋਵੇ, ਜਾਂ ਜੋ ਖੀਵਦਾ ਜੋ ਉਸ ਦੇ ਬੋਲ ਬਚਨ ਨੇ, ਉਹਨਾਂ ਬਚਨਾਂ ਦਾ ਕਿਸ ਪ੍ਰਕਾਰ ਖੀਵਦਾ ਸਹਾਰ ਨਾ ਹੋਵੇ, ਭਾਵ ਸਹਾਰੇ ਨਹੀਂ ਜਾਂਦੇ, ਜਾਂ ਗੁਰਾਂ ਦੀ ਕਿਰਪਾ ਤੋਂ ਬਗੈਰ ਕਿਵੇਂ ਬਚਨ ਸਹਾਰੇ ਜਾ ਸਕਦੇ ਨੇ, ਭਾਵ ਸਹਾਰੇ ਨਹੀਂ ਜਾ ਸਕਦੇ। ਉੱਥੇ ਕਿਸ ਤਰ੍ਹਾਂ ਬੋਲ ਝਗੜਾ ਹੋ ਸਕਦਾ ਜਿੱਥੇ ਜੋ ਖੀਵਦਾ ਤੋਲਿਆ ਜਾ ਰਿਹਾ ਹੈ, ਭਾਵ ਪੂਰਾ ਤੁਲ ਰਿਹਾ ਹੈ, ਅਰਥਾਤ ਇਨਸਾਫ ਹੋ ਰਿਹਾ ਹੈ। ਦੇ ਗੁਣਾ ਸਤ ਭੈਣ ਭਰਾਵ ਹੈ। ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚ ਅਤੇ ਦੇਵੀ ਗੁਣ ਭੈਣ ਅਤੇ ਭਰਾ ਹਨ, ਜਾਂ ਸੰਤੋਖ ਆਦਿਕ ਦੇਵੀ ਗੁਣ ਭਰਾ ਅਤੇ ਕਰੁਣਾ ਮੁਦਤਾ ਮੈਤਰੀ ਅਪੇਖਿਆ ਰੂਪ ਜਿਸ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਵਿੱਚੋਂ ਪਰੰਗਤ ਦਾਨ ਪੜੀ ਵੰਦੈ। ਪਰਮ ਗਤੀ ਕੇਵਲ ਮੁਕਤੀ ਦਾ ਦਾਨ ਪੜੀਵ ਦਾ ਪ੍ਰਾਪਤ ਹੁੰਦਾ ਹੈ। ਗੁਰੂ ਸ਼ਰਨ ਪੈਣ ਵਾਲੇ ਪੁਰਖ ਨੂੰ ਸੋ ਕੇਵਲ ਮੁਕਤ ਦਾ ਦਾਨ ਪ੍ਰਾਪਤ ਹੁੰਦਾ ਹੈ। ਨਾਨਕ ਰਾਜ ਚਲਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗਤੀ ਰੂਪ ਰਾਜ ਲੋਕੀ ਦੇ ਉਧਾਰ ਕਰਨ ਵਾਸਤੇ ਚਲਾਉਣਾ ਕੀਤਾ ਹੈ। ਸੱਚ ਕੋਟ ਸਤਾਣੀ ਨੀਮ ਦਾ। ਸੋ ਸੱਚ ਸਰੂਪ ਦੀ ਪ੍ਰਾਪਤੀ ਵਾਸਤੇ ਸੱਚਾ ਸਤ ਸੰਗਤ, ਸੱਚਾ ਨਾਮ, ਸੱਚ ਬੋਲਣ ਰੂਪੀ ਕਿਲਾ ਰਚਨੇ ਨੂੰ ਸਤਾਣੀ ਸਹਿਤ ਵਿਵੇਕ ਰੂਪੀ ਬਲ ਦੇ ਭਗਤੀ ਰੂਪ ਕੰਧ ਦੀ ਨਿਮਰਤਾ ਧਾਰਨ ਕਰਨ ਰੂਪ ਡੂੰਘੀ ਕਰਕੇ ਸ਼ਰਧਾ ਰੂਪ ਨੀਂਹ ਰੱਖ ਦਿੱਤੀ ਹੈ, ਜਾਂ ਸੱਚ ਰੂਪ ਕੋਟ ਹੈ ਤੇ ਭਗਤੀ ਜਾਂ ਸ਼ਰਧਾ ਰੂਪ ਤਾਣ ਵਾਲੀ ਭਾਵ ਮਜ਼ਬੂਤ ਨੀਂਹ ਰੱਖ ਦਿੱਤੀ ਹੈ। ਲਹਿਣੇ ਧਰਿਓਨ ਛੱਤ ਸਿਰ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਲੈਣੇ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿਰ ਉੱਤੇ ਜਸ ਰੂਪੀ ਜਾਂ ਗੁਰਤਾ ਗਤੀ ਰੂਪ ਜਾਂ ਇਹ ਮਹਾਰਾਜ ਨੇ ਪ੍ਰਤੱਖ ਛੱਤ ਰੱਖਿਆ ਹੈ। ਕਰ ਸਿੱਧੀ ਅੰਮ੍ਰਿਤ ਪੀਵਦਾ। ਜਿਸ ਗੁਰਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਭੂ ਦੀ ਸਿਫਤ ਉਸਤਤ ਕਰਕੇ ਨਾਮ ਅੰਮ੍ਰਿਤ ਪੀਣਾ ਕੀਤਾ ਸੀ, ਜਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਾਂ ਦੀ ਸਿਫਤ ਕਰਨ ਰੂਪ ਅੰਮ੍ਰਿਤ ਨੂੰ ਪੀਣਾ ਕੀਤਾ ਸੀ, ਜਾਂ ਜਿਨ੍ਹਾਂ ਨੇ ਦੂਸਰੇ ਗੁਰਾਂ ਦੀ ਸੰਗਤ ਕਰਕੇ ਪ੍ਰਭੂ ਦੀ ਪ੍ਰੇਮਾ ਭਗਤੀ ਦੁਆਰਾ ਸਿਫਤ ਕੀਤੀ ਹੈ, ਉਹਨਾਂ ਨੂੰ ਗੁਰਾਂ ਨੇ ਨਾਮ ਅੰਮ੍ਰਿਤ ਪਿਲਾਉਣਾ ਕੀਤਾ ਹੈ। ਮਤ ਗੁਰ ਆਤਮ ਦੇਵ ਦੀ। ਜੋ ਸਤਿਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦਾ ਆਪਣਾ ਰੂਪ ਤੇ ਪ੍ਰਕਾਸ਼ ਰੂਪ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਸਿੱਖਿਆ ਦਿੱਤੀ ਹੈ। ਖੜਗ ਜੋਰ ਪਰਾ ਕੋਏ ਜੀ
ਲੱਗੈ। ਇਹ ਗੁਰੂ ਅੰਗਦ ਦੇਵ ਜੀ ਨੂੰ ਢਾਲ ਬਖਸ਼ੀ ਸੀ ਅਤੇ ਗੁਰਾਂ ਨੇ ਜੋਰ ਗਿਆਨ ਰੂਪੀ ਖੜਗ ਖੰਡਾ ਬੜੇ ਹੀ ਬਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਦਿੱਤਾ ਸੀ। ਗੁਰ ਚੇਲੇ ਰਹਿ ਰਾਸ ਕੀ। ਸਾਧ ਸੰਗਤ ਜੀਓ, ਆਪਾਂ ਵੈਸੇ ਰਹਿ ਰਾਸ ਦਾ ਮਤਲਬ ਇਹੀ ਕੱਢਦੇ ਹਾਂ ਜਿਹੜਾ ਸ਼ਾਮਾਂ ਨੂੰ ਗ੍ਰੰਥੀ ਸਿੰਘ ਭਾਈ ਜਸਵੰਤ ਸਿੰਘ ਜੀ ਸਾਨੂੰ ਪਾਠ ਪੜ੍ਹ ਕੇ ਸੁਣਾਉਂਦੇ ਨੇ। ਆਪਾਂ ਕਹਿੰਦੇ ਹਾਂ ਕੀ ਕਰ ਰਹੇ ਨੇ? ਰਹਿ ਰਸ ਪੜ੍ਹ ਰਹੇ ਨੇ। ਸਾਧ ਸੰਗਤ ਜੀਓ, ਬਾਣੀ ਦਾ ਨਾਮ ਰਹਿ ਰਸ ਨਹੀਂ ਹੈ, ਬਾਣੀ ਹੈ ਸੋਦਰ। ਸੋਦਰ ਤੇਰਾ ਕਿਹਾ ਸੋ ਕਰ ਕਿਹਾ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਜਪਜੀ ਸਾਹਿਬ ਪੜ੍ਹ ਰਹੇ ਨੇ, ਜਪ ਜੀ ਪਾਠ ਨਹੀਂ ਹੈ। ਬਾਣੀ ਦਾ ਨਾਮ ਹੈ ਜਪ ਨਿਸ਼ਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਦੇ ਤਜ਼ਕਰਾ ਵੇਖਿਓ, ਕੁਝ ਲਿਖਿਆ ਹੁੰਦਾ ਹੈ ਜਪ ਨਿਸ਼ਾਨ, ਤੇ ਅਸਲ 'ਚ ਬਾਣੀ ਦਾ ਨਾਮ ਹੈ ਜਪ। ਤੇ ਜੀ ਆਪਾਂ ਰਿਸਪੈਕਟ ਨਾਲ ਲਾਉਂਦੇ ਹਾਂ, ਜਪ ਜੀ। ਤੇ ਦੂਸਰਾ ਹੈ ਜਾਪ। ਪਹਿਲੀ ਬਾਣੀ ਹੈ ਜਪ, ਦੂਜੀ ਹੈ ਜਾਪ। ਜੀ ਤੇ ਸਾਹਿਬ ਇੱਕ ਵਿਸ਼ੇਸ਼ਣ ਨੇ, ਜਿਸ ਤਰ੍ਹਾਂ ਵਾਹਿਗੁਰੂ ਦਾ ਵਿਸ਼ੇਸ਼ਣ ਹੈ ਸਤਨਾਮ। ਕਿਸੇ ਨੂੰ ਆਪਾਂ ਭਾਈ ਸਾਹਿਬ ਕਹਿੰਦੇ ਹਾਂ, ਕਿਉਂ? ਬਾਣੀ ਦਾ ਨਾਮ ਹੈ ਸੋਦਰ। ਰਹਿ ਰਾਸ ਦਾ ਮਤਲਬ ਹੁੰਦਾ ਹੈ ਰੋਹ ਰੀਤੀ ਮਰਿਆਦਾ, ਜਿਹੜੀ ਡੇਲੀ ਇੱਕ ਰਸ ਮਰਿਆਦਾ ਦੇ ਨਾਲ, ਟਾਈਮ ਟੇਬਲ ਦੇ ਨਾਲ, ਨਿਤਨੇਮ ਦੇ ਨਾਲ ਕੀਤੀ ਜਾਏ, ਸੋ ਕਹੀਏ ਰਹਿ ਰਾਸ। ਗੁਰ ਚੇਲੇ ਰਹਿ ਰਾਸ ਕੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਤੇ ਸੰਸਾਰ ਦੇ ਵਿੱਚ ਨਾਨਕ ਸਲਾਮਤ ਥੀਮਦਾ। ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਤੇ ਸੰਸਾਰ ਵਿੱਚ ਸਥਿਤ ਵਿਰਾਜਮਾਨ ਥੀਮਦੇ ਹੁੰਦਿਆਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰੂ ਅਤੇ ਚੇਲੇ ਦੀ ਰਹਿ ਰਾਸ ਦਾ ਮਤਲਬ ਹੈ ਰਹੁ ਰੀਤੀ ਮਰਿਆਦਾ ਤੋਰਨਾ ਕੀਤੀ ਹੈ। ਸੋ ਰਹਿ ਰਸ ਦਾ ਪਾਠ, ਇਹਦਾ ਮਤਲਬ ਜਿਹੜਾ ਡੇਲੀ ਹਰ ਰੋਜ਼ ਸ਼ਾਮਾਂ ਨੂੰ ਕੀਤਾ ਜਾਏ। ਸੋਦਰ ਪੜ੍ਹਨ ਦੀ ਮਰਿਆਦਾ ਹੈ, ਇਸ ਲਈ ਰਹਿ ਰਸ ਕਹਿੰਦੇ ਆ। ਰਹਿ ਰਸ ਦਾ ਮਤਲਬ ਮਰਿਆਦਾ ਹੈ। ਇਹ ਰਹੁ ਰੀਤੀ ਤੋਰਨਾ ਕੀਤੀ ਹੈ। ਇਸੇ ਪ੍ਰਕਾਰ ਗੁਰ ਚੇਲੇ ਰਹਿ ਰਾਸ ਕੀ। ਸੋ ਮਹਾਰਾਜ ਫਰਮਾਉਂਦੇ ਹਨ, ਨਾਨਕ ਸਲਾਮਤ ਥੀਵੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਰੀਰ ਕਾਲ ਦੇ ਹੁੰਦਿਆਂ ਹੀ ਚੇਲੇ ਸਿੱਖ ਨੂੰ ਗੁਰੂ ਪਦਵੀ ਦੀ ਗੱਦੀ ਤੇ ਬਿਠਾਉਣ ਦੀ ਯੋਗ ਰਹੁ ਰੀਤੀ ਅਦਾ ਕੀਤੀ। ਸਹਿ ਟਿੱਕਾ ਦਿੱਤੋਸ ਜੀਵਦਾ। ਸੱਚੇ ਸਹਿ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਦਾ ਟਿੱਕਾ ਮਤਲਬ ਤਿਲਕ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਿਉਂਦਿਆਂ ਹੀ, ਆਪਦੇ ਹੁੰਦਿਆਂ ਭਾਵ ਜੀਵਨ ਕਾਲ ਵਿੱਚ ਰਹਿੰਦਿਆਂ ਹੀ ਆਪਣੇ ਹੱਥੀਂ ਦਿੱਤੋਸ ਦਿੱਤਾ ਸੀਗਾ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਦੇ ਹੱਥੀਂ ਮਹਾਰਾਜ ਨੇ ਬਖਸ਼ਿਸ਼ ਕੀਤੀ। ਇੱਥੇ ਪਹਿਲੀ ਪੌੜੀ ਸਮਾਪਤ ਹੋਈ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ, ਅੱਗੇ ਦੋ ਸਮਤ ਬਖਸ਼ਨੇ। ਮਤ ਗੁਰ ਚੇਲੇ ਰਹਿ ਰਾਸ ਕੀ। ਨਾਨਕ ਸਲਾਮਤ ਥੀਵੰਦਾ। ਸਹਿ ਟਿੱਕਾ ਦਿੱਤੋਸ ਜੀਵਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਆਓ, ਕਿਉਂਕਿ ਅੱਜ ਹਾੜ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਆਪ ਗੁਰਦੁਆਰੇ ਪਹੁੰਚੇ ਹੋ। ਪੁਰਾਣੇ ਗੁਰਮੁਖਾਂ ਦਾ ਇਹ ਮਤ ਹੈ ਕਿ ਜਿਹੜਾ ਮਹੀਨੇ ਦਾ ਨਾਮ ਹੈ, ਕਿਸੇ ਭਲੇ ਪੁਰਖ ਪਾਸੋਂ ਸੁਣੀਏ ਤਾਂ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੁੰਦਾ ਹੈ। ਸਾਡੇ ਲਈ ਭਲੇ ਪੁਰਖ ਗੁਰੂ ਸਾਹਿਬ ਆਪ ਹੀ ਨੇ। ਸਾਡੇ ਗੁਰੂਆਂ ਨੇ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਆ। 12ਵਾਂ ਬਾਣੀ ਦਾ ਨਾਮ ਹੈ, ਉਪਦੇਸ਼ ਦਾ ਨਾਮ ਜਪਣ ਦਾ ਹੀ ਹੈ। ਪਰ ਜਿਹੜਾ ਮਹੀਨਾ ਚੜ੍ਹਿਆ ਹੋਵੇ ਉਹ ਮਹੀਨੇ ਦਾ ਵਿੱਚ ਮਹਾਰਾਜ ਜੀ ਨਾਂ ਲੈ ਦਿੰਦੇ ਨੇ, ਜਿਸ ਕਰਕੇ ਸਾਡੇ ਮਨ ਨੂੰ ਸੰਤੋਖ ਆ ਜਾਂਦਾ ਹੈ। ਆਓ, ਅੱਜ ਹਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਇਸ ਮਹੀਨੇ ਦਾ ਨਾਮ ਵਰਤ ਕੇ ਸ੍ਰੀ ਗੁਰੂ ਅਰਜਨ ਦੇਵ ਜੀ 12ਵਾਂ ਬਾਣੀ ਵਿੱਚ ਕੀ ਉਪਦੇਸ਼ ਦੇ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ। ਹਾੜ ਦੁਆਰਾ ਕਥਨ ਕਰਦੇ ਨੇ
ਕਿ ਉਸ ਨੂੰ ਹਾੜ ਦਾ ਮਹੀਨਾ ਦੁਖਦਾਈ ਲੱਗਦਾ ਹੈ। ਹਰ ਨਾਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਪਾਸ ਹਰੀਪਤੀ ਨਹੀਂ ਹੈ। ਬਾਹਰਲੇ ਪਤੀ ਦਾ ਨਿੱਤ ਮਰ ਕੇ ਤੁਰੇ ਜਾ ਰਹੇ ਨੇ। ਕਾਲ ਤਪਾਉਂਦਾ ਹੈ। ਇੱਕ ਅਕਾਲ ਪੁਰਖ ਪਤੀ ਹੀ ਸਦਾ ਰਹਿਣ ਵਾਲਾ ਹੈ। ਅਕਾਲ ਮੂਰਤ ਵਰਪਾਇਆ ਬਿਨਾਸੀ, ਨਾ ਕਦੇ ਮਰੇ ਨਾ ਜਾਇਆ। ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਭੂ ਪਤੀ ਤੋਂ ਵਿਛੜੀਆਂ ਨੇ, ਉਹਨਾਂ ਨੂੰ ਵਿਛੋੜੇ ਦੇ ਦੁੱਖ ਕਰਕੇ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ। ਚਾਨਣੀ ਰਾਤ ਦੀਆਂ ਕਿਰਨਾਂ ਜੋ ਸਭ ਨੂੰ ਠੰਡੀਆਂ ਲੱਗਦੀਆਂ, ਪਰ ਜਿਨ੍ਹਾਂ ਪਾਸ ਹਰੀ ਰੂਪ ਪਤੀ ਨਹੀਂ, ਉਹਨਾਂ ਵਿਛੋੜੇ ਵਾਲੀਆਂ ਨੂੰ ਤਿੱਖੇ ਤਰ੍ਹਾਂ ਤੀਰਾਂ ਦੀਆਂ ਤਰ੍ਹਾਂ ਲੱਗਦੀਆਂ। ਉਹ ਹੈ ਤਾਂ ਸਰਬਦਾ ਆਤਮਾ, ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ। ਸਾਰੇ ਹਿਰਦਿਆਂ 'ਚ ਵਸ ਰਿਹਾ, ਪਰ ਅਸੀਂ ਮਨਮੁਖ ਤੇਰਾ ਭਾਉ ਨਾ ਬੁਝਿਆ ਗਵਾਰੀ। ਬੇਸਮਝ ਵਾਹਿਗੁਰੂ ਦੇ ਸਰੂਪ ਨੂੰ ਸਮਝਦੇ ਨਹੀਂ ਆ। ਨਾ ਪ੍ਰਾਪਤ ਹੋਣ ਕਰਕੇ ਦੁਖੀ ਰਹਿੰਦੇ ਆ। ਹਿਰਦਾ ਤਪਦਾ ਰਹਿੰਦਾ ਹਾੜ ਦੇ ਮਹੀਨੇ ਦੀ ਦੁਪਹਿਰ ਤਰ੍ਹਾਂ। ਜਿੰਨੇ ਮਰਜੀ ਏਸੀ ਕਮਰੇ ਹੋਣ, ਬੰਦਾ ਬੁੜਕ ਬੁੜਕ ਕੇ ਉੱਠਦਾ, ਤੜਫੀ ਜਾਂਦਾ, ਮਨ ਅਸ਼ਾਂਤ ਹੈ। ਫਰੀਦਾ ਚਿੰਤ ਖਡੋਲਾ ਵਾਣ ਦੁੱਖ। ਚਿੰਤਾ ਇੱਕ ਮੰਜੀ ਬਣੀ ਹੋਈ ਹੈ, ਜਿੱਥੇ ਅਸੀਂ ਲੰਮੇ ਪਏ ਰਹਿੰਦੇ ਹਾਂ, ਸੁੱਤੇ ਪਿਆਂ ਵੀ ਚਿੰਤਾ ਵਿੱਚ। ਤੇ ਜਿਹੜਾ ਦੁੱਖ ਹੈ ਇੱਕ ਵਾਣ ਦੀ ਤਰ੍ਹਾਂ, ਉਹਦੇ ਨਾਲ ਬੁਣਿਆ ਹੋਇਆ ਖਟੋਲਾ, ਖਾਟ। ਬਿਰਹਿ ਵਿਛਾਵਣ ਲੇਫ, ਜਿਹੜਾ ਵਿਛੋੜਾ ਪਿਆ ਰੱਬ ਨਾਲੋਂ। ਤੇ ਅਸੀਂ ਰੱਬ ਤੋਂ ਵਿਛੜ ਕੇ ਤ੍ਰਿਸ਼ਨਾ ਦੇ ਵਿੱਚ, ਈਰਖਾ ਦੇ ਵਿੱਚ, ਲੋਭ ਲਾਲਚ ਦੇ ਵਿੱਚ ਦੁਖੀ ਹਾਂ। ਇਹ ਥੱਲੇ ਤਲਾਈ ਵਿਛਾਈ ਹੋਈ ਹੈ। ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ। ਇਹ ਮੇਰੇ ਸੱਚੇ ਮਾਲਕਾ, ਇਹ ਤੂੰ ਸਾਡਾ ਜੀਵਨ ਵੇਖ। ਅਸੀਂ ਬੜੇ ਦੁਖੀ ਹਾਂ ਤੇਰੇ ਤੋਂ ਵਿਛੜ ਕੇ। ਵਿਛੋੜਾ ਸੁਣੇ ਦੁੱਖ ਵੇ ਡਟੇ ਮਰਿਓ, ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ। ਤੋ ਐਸਾ ਜੋ ਵਾਹਿਗੁਰੂ ਪਤੀ ਹੈ, ਹਾੜ ਦੇ ਮਹੀਨੇ ਵਿੱਚ ਉਹ ਤਪਦੇ ਹਨ ਉਹਦੇ ਤੋਂ ਵਿਛੜ ਕੇ। ਜਗ ਜੀਵਨ ਪੁਰਖ ਤਿਆਗ ਕੈ, ਜੋ ਸਾਰੇ ਜਗਤ ਦਾ ਜੀਵਨ ਰੂਪ ਹੈ, ਜਿਸ ਤੋਂ ਬਿਨਾਂ ਮਰਨਾ ਹੁੰਦਾ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਿਖਿਆਨਾ। ਜਿਹਦੀ ਚੇਤਨ ਸੱਤਾ ਨਾਲ ਸਾਰੀ ਕਿਰਿਆ ਹੋ ਰਹੀ ਹੈ। ਜੀ ਜਨ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਐਸਾ ਜੋ ਸਾਰੇ ਜਗਤ ਦਾ ਜੀਵਨ ਰੂਪ ਹੈ, ਜਿਹੜਾ ਪ੍ਰਾਰਬਧ ਰੂਪ ਚੇਤਨ ਸੱਤਾ ਰੂਪ ਡੋਰੀ ਸਭਨਾਂ ਦੀ ਆਪਦੇ ਹੱਥ ਵਿੱਚ ਰੱਖਦਾ। ਸਾਰੇ ਜੀਵ ਉਹਦੇ ਹੀ ਬਣਾਏ ਨੇ। ਤੇ ਇਹਨਾਂ ਬੰਦਿਆਂ ਤੋਂ ਭਲਾ ਕੀ ਮੰਗਣਾ? ਵੇਖੋ, ਪਸ਼ੂ ਪਸ਼ੂਆਂ ਤੋਂ ਨਹੀਂ ਮੰਗਦੇ, ਪੰਛੀ ਪੰਛੀਆਂ ਤੋਂ ਨਹੀਂ ਮੰਗਦੇ। ਉਹ ਪਰਮੇਸ਼ਰ ਸਭਨਾਂ ਨੂੰ ਦੇ ਰਿਹਾ। ਸਾਡਾ ਭਰੋਸਾ ਹੀ ਨਹੀਂ ਵੱਜਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਬਦਲੈ ਹੈ। ਇਹ ਮੂਰਖ ਜੀਵ ਜਗਤ ਦੇ ਜੀਵਨ ਰੂਪ ਅਕਾਲ ਪੁਰਖ ਵਾਹਿਗੁਰੂ ਦਾਤੇ ਨੂੰ ਛੱਡ ਕੇ ਮਾਨਸ ਸੰਧੀ ਆਸ, ਮਨੁੱਖ ਦੀ ਆਸ ਰੱਖਦਾ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਭਾਈ ਗੁਰਦਾਸ ਜੀ ਸੱਚ ਦਾ ਤਾਰ ਵਿਸਾਰ ਕੇ ਮੰਗਤਿਆਂ ਨੂੰ ਮੰਗਣ ਜਾਈ। ਮੰਗਦਿਆਂ ਕੋਲੋਂ ਹੱਥ ਅੱਡ ਕੇ ਮੰਗਦਾ ਹੈ। ਮਾਨੋ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋਈ ਕਹਿ ਭਗਵਾਨ। ਜਿਸ ਕੈ ਦੀਆ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੇ ਆਏ। ਜੋ ਮਨੁੱਖ ਦੇ ਸੰਬੰਧੀ ਆਦਿਕ ਪਿਆਰੇ, ਜਿਨ੍ਹਾਂ ਤੋਂ ਅਸੀਂ ਆਸ ਰੱਖਦੇ ਹਾਂ ਕਿ ਸਾਨੂੰ ਕੁਛ ਦੇਣਗੇ, ਇਹ ਸਭ ਮਤਲਬ ਦੇ ਭਾਈਵਾਲ ਨੇ। ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸੇ ਮਨ ਮੇਰੇ, ਤੇ ਸਭ ਆਪਣੇ ਸੁਆਏ ਮਲਾਸਾ। ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਸੁਆਉ ਨਾਮ ਹੈ ਮਤਲਬ ਦਾ, ਪ੍ਰਯੋਜਨ ਦਾ। ਜਿੰਨਾ ਚਿਰ ਕਿਸੇ ਨਾਲ ਤੁਹਾਡੇ ਨਾਲ ਮਤਲਬ ਹੈ, ਉਹਨਾਂ ਚਿਰ ਤਾਂ ਮਿੱਠੇ ਪਿਆਰੇ ਰਹਿਣਗੇ। ਜਦ ਮਤਲਬ ਹੱਲ ਹੋ ਗਿਆ, ਤੂੰ ਕੌਣ ਤੇ ਮੈਂ ਕੌਣ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸ਼ਰਮਾ ਦੇ ਸਭ ਪੈਸੇ ਦਾ ਸੰਬੰਧ ਹੈ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਜਿਚਰ ਪਹਿਨਣ ਖਾਵਣੇ, ਤਿਚਰ ਰੱਖਣ ਗੰਢ। ਜਿੰਨਾ ਚਿਰ ਟੀ ਪਾਰਟੀਆਂ ਦਿੰਦੇ ਰਹੋ, ਉਹਨਾਂ ਚਿਰ ਤਾਂ ਬਿਨਾਂ ਬੁਲਾਈ ਰਿਸ਼ਤੇਦਾਰ ਬਣਦੇ ਨੇ। ਤੂੰ ਮੇਰੀ ਮਾਸੀ ਦੇ ਪਿੰਡ ਦਾ, ਮੈਂ ਤੇਰੇ ਮਾਮੇ ਦਾ ਪੁੱਤ ਲੱਗਦਾ, ਇਸ ਤਰ੍ਹਾਂ ਉਸ ਤਰ੍ਹਾਂ। ਐਵੇਂ ਹੀ ਕਈਆਂ ਦਾ ਸੁਭਾਅ ਹੀ ਹੁੰਦਾ। ਤੇਰਾ ਇਲਾਕਾ ਕਿਹੜਾ? ਮੈਂ ਵੀ ਉਸੇ ਇਲਾਕੇ ਦਾ ਹੀ ਹਾਂ, ਅਤੇ ਮੇਰੀ ਚਾਚੀ ਉੱਥੋਂ ਦੀ ਹੈ। ਐਵੇਂ ਹੀ ਬੇਵਜ੍ਹਾ ਹੀ ਰਿਸ਼ਤੇਦਾਰੀ ਕੱਢੀ ਜਾਣੀ।
ਹਰੇਕ ਨੂੰ ਭੈਣ ਬਣਾਈ ਜਾਣਾ, ਹਰੇਕ ਨੂੰ ਮਾਂ ਬਣਾ ਦੇਣਾ। ਤੇ ਭੂਆ ਕਹਿਣ ਲੱਗਿਆ ਤਾਂ ਕਮੈਂਟ ਨਹੀਂ ਲਾਉਣਾ, ਤੂੰ ਤਾਂ ਮੇਰੀ ਭੂਆ, ਕਾਹਦੇ ਲਈ ਵੀ ਰੋਟੀਆਂ ਖਾਣੀਆਂ। ਤੇ ਇਸ ਵਾਸਤੇ ਇਹ ਖਾਣ ਪੀਣ ਦਾ ਹੀ ਸੰਬੰਧ ਹੈ, ਰਿਸ਼ਤੇਦਾਰੀ ਕੋਈ ਨਹੀਂ। ਜਦੋਂ ਵੇਖਿਆ ਬੰਦਾ ਗਰੀਬ ਹੋ ਗਿਆ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ, ਉਦੋਂ ਨਿੰਦਿਆ ਕਰਨ ਲੱਗੀ ਅਮੀ ਗੁਰੇਜ਼ ਨਹੀਂ ਕਰਦੇ। ਇਸ ਲਈ ਝੂਠੇ ਰਿਸ਼ਤੇਦਾਰਾਂ ਤੋਂ ਬਚ ਕੇ ਰਹੋ। ਜਿਹੜੀ ਸਗੀ ਮਾਂ ਉਹੀ ਮਾਂ ਹੁੰਦੀ ਹੈ, ਹਰੇਕ ਨਹੀਂ ਬਣ ਸਕਦੀ। ਸਗੀ ਭੈਣ ਹੀ ਆਪਦੀ ਭੈਣ ਹੁੰਦੀ ਹੈ। ਤੋ ਇਹ ਮਹਾਰਾਜ ਦੀ ਮਰਜ਼ਾਦਾ ਹੈ ਕਿ ਸਭਨਾਂ ਨੂੰ ਸਤਿਕਾਰ ਦੀ ਨਿਗਾਹ ਨਾਲ ਵੇਖੋ। ਪਰ ਰਿਸ਼ਤੇਦਾਰੀ ਰਿਸ਼ਤੇਦਾਰੀ ਹੋਈ ਹੈ, ਸਗਾ ਭਰਾ ਕਿੰਨੇ ਬਣ ਜਾਣਾ। ਤੋ ਇਸ ਵਾਸਤੇ ਸਭ ਝੂਠ ਦੇ ਭਾਈਵਾਲ ਹਨ। ਦੁਈਐ ਭਾਏ ਵਿਗੁਚੀਐ। ਇਹ ਜੀਵ ਦਵੈਤ ਭਾਅ 'ਚ ਲਾ ਕੇ ਖਰਾਬ ਹੋ ਰਿਹਾ। ਮਤਲਬ ਇੱਕ ਪਰਮੇਸ਼ਰ ਨੂੰ ਛੱਡ ਕੇ ਆਪਦੇ ਰਿਸ਼ਤੇਦਾਰਾਂ 'ਚ, ਦੋਸਤਾਂ ਮਿੱਤਰਾਂ 'ਚ ਆਸ ਰੱਖਦਾ ਹੈ ਤੇ ਦੇਵੀ ਦੇਵਤਿਆਂ 'ਚ ਪ੍ਰੇਮ ਕਰਦਾ ਹੈ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਤਾਂ ਜਪਦਾ ਨਹੀਂ, ਧਿਆਨ ਇਹਦਾ ਪੈਸੇ 'ਚ ਹੈ। ਪਤਾ ਨਹੀਂ ਪੈਸਾ ਮੇਰਾ ਕੰਮ ਸਵਾਰੂਗਾ। ਆਹ ਮਹਾਂਮਾਰੀ ਚੱਲ ਰਹੀ ਹੈ, ਤੁਸੀਂ ਆਪਦੀਆਂ ਅੱਖਾਂ ਨਾਲ ਵੇਖ ਰਹੇ ਹੋ। ਪੈਸੇ ਨਾਲ ਹੀ ਥੋੜ੍ਹੀ ਸਭ ਕੁਛ ਆ, ਪੈਸਾ ਹੀ ਭਗਵਾਨ ਥੋੜ੍ਹੋ ਆ। ਜਿੰਨਾ ਚਿਰ ਰੱਬ ਮਦਦ ਨਾ ਕਰੇ ਉਹਨਾਂ ਚਿਰ ਜੀਵ ਕਿਵੇਂ ਬਚ ਸਕਦਾ ਹੈ। ਸਭ ਕੁਝ ਹੁੰਦਿਆਂ ਸੁਣਦਿਆਂ। ਤੇ ਵੇਖੋ ਮਨੁੱਖ ਆਪਦੇ ਸਰੀਰ ਛੱਡ ਕੇ ਤੁਰੇ ਜਾ ਰਹੇ ਨੇ। ਵਾਹਿਗੁਰੂ ਦਾ ਹੁਕਮ ਹੀ ਹੈ, ਸੰਪੈ ਕੋ ਈਸ਼ਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਕਿਉਂ ਧਿਆਨ ਸਾਡਾ ਮਾਇਆ 'ਚ ਜਾਂ ਦਵੈਤ ਦੇ ਵਿੱਚ, ਰੱਬ ਤੋਂ ਬਗੈਰ ਜੋ ਕੁਛ ਵੀ ਹੈ ਉਹ ਦਵੈਤ ਹੈ। ਰੱਬ 'ਚ ਹੋਣਾ ਚਾਹੀਦਾ ਹੈ। ਇਹਦੇ ਵਿੱਚ ਲੱਗ ਕੇ ਦੁਨੀਆ ਖਰਾਬ ਹੋ ਰਹੀ ਹੈ। ਗਲ ਪਈ ਸੋ ਜਮ ਕੀ ਫਾਸ। ਜਿਸ ਕਰਕੇ ਅੰਤ ਨੂੰ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਵੱਡਾ ਹੁਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬੈ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ ਵੀ ਹੁਣ ਸੁਣੀਆਂ ਕਿਆ ਰੁਆਇਆ। ਤੇ ਮਨ ਅੰਧੈ ਜਨਮ ਗਵਾਇਆ। ਜਿਹਾ ਬੀਜੈ ਸੋ ਲੁਣੈ। ਜਿਸ ਤਰ੍ਹਾਂ ਦਾ ਕੋਈ ਬੀਜ ਬੀਜਦਾ ਉਸੇ ਤਰ੍ਹਾਂ ਦਾ ਹੀ ਵੱਢਦਾ ਹੈ। ਜੇ ਕੋਈ ਬੀਜੇ ਤਾਂ ਕਿੱਕਰਾਂ ਤੇ ਲੋੜੇ ਮੈਨੂੰ ਦਾਖਾਂ ਮਿਲ ਜਾਣ, ਬਜੌਰ ਦੇਸ਼ ਦੀਆਂ ਨਹੀਂ ਹੋ ਸਕਦਾ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਢੈ ਉਨ ਕਤਾਈਂਦਾ ਪੈਦਾ ਲੋੜੈ ਪੱਟ। ਇਹ ਸਾਨੂੰ 10ਵੀਂ ਦੀ ਕਵਿਤਾ ਅਤੇ ਵਾਰਤਕ ਕਿਤਾਬ 'ਚ ਲੱਗਾ ਹੁੰਦਾ ਸੀ, ਉਦੋਂ ਦਾ ਮੈਂ ਯਾਦ ਕੀਤਾ। ਸੋ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਥੋੜ੍ਹੇ ਹੀ ਦਿਨ ਹੋਏ ਨੇ। ਅਜੈ ਸੋ ਰੋਵੈ ਭੀਖਿਆ ਖਾਏ ਪੰਕਤੀ ਦੀ ਤੁਸੀਂ ਕਥਾ ਸੁਣਦੇ ਆ। ਅਜੈ ਰਾਜੇ ਦੀ ਸਾਖੀ ਸੁਣੀ ਹੈ, ਜਿਹਨੇ ਲਿੱਧ ਇੱਕ ਬੁੱਕ ਦਾਨ ਕੀਤੀ ਅਤੇ ਮੁੜ ਕੇ ਉਸ ਨੂੰ ਖਾਂਦਾ ਹੋਇਆ ਬੜਾ ਹੀ ਰੋਇਆ ਸੀਗਾ। ਜ਼ਕਰੀਆ ਖਾਨ ਵਰਗੇ ਵੱਡੇ ਵੱਡੇ ਪਾਪੀ ਦੀਆਂ ਪੁੱਬਾਂ ਨਿਕਲ ਗਈਆਂ ਜਦ ਸਿਰ 'ਚ ਜੁੱਤੀਆਂ ਪਈਆਂ। ਬਾਬੇ ਤਾਰੂ ਸੋ ਦੀਆਂ ਜੁੱਤੀਆਂ ਆਪ ਉਹਨੇ ਮਰਵਾਈਆਂ, ਕਹਿ ਕੇ ਕਹਿੰਦਾ ਹੋਰ ਜ਼ੋਰ ਦੀ ਮਾਰੋ, ਬੰਨ ਪੈ ਗਿਆ ਸੀ ਪਿਸ਼ਾਬ ਦਾ। ਤੋ ਇਸ ਵਾਸਤੇ ਰੱਬ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਮਹਾਰਾਜ ਕਿਰਪਾ ਰੱਖੀ, ਸਰੀਰ ਤੰਦਰੁਸਤ ਰੱਖੀ। ਤੋ ਜਿਹਦੇ ਸਰੀਰ ਨੂੰ ਲੱਗਦੀ ਬਿਮਾਰੀ ਪਤਾ ਉਹਨੂੰ ਹੀ ਹੈ। ਅਤੇ ਉਹ ਰੋਂਦਾ ਮਰਿਆ ਸੀਗਾ, ਕਿਉਂਕਿ ਬਾਬੇ ਜੀ ਨੇ ਸ਼ਰਾਪ ਦੇ ਦਿੱਤਾ ਸੀਗਾ ਵੀ ਪੁੱਤ ਸ਼ਹੀਦ ਤਾਂ ਮੈਂ ਹੋਣਾ ਹੀ ਆ, ਪਰ ਤੈਨੂੰ ਨਰਕਾਂ 'ਚ ਪਹਿਲਾਂ ਪਾਊਂਗਾ। ਸੋ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਅਤੇ ਇੰਝ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਧ ਸੰਗਤ ਜੀਓ ਸਿੰਘਾਂ 'ਤੇ ਜ਼ੁਲਮ ਕੀਤਾ, ਉਹਨਾਂ ਨੂੰ ਸਭ ਦੁਨੀਆ ਦੇ ਸਾਹਮਣੇ ਕਸ਼ਟ ਭੋਗਣਾ ਪਿਆ। ਰੱਬ ਦੇ ਘਰ ਦਾ ਦੁੱਖ ਤਾਂ ਝੱਲਿਆ ਹੀ ਨਹੀਂ ਜਾਂਦਾ। ਜੀਵ ਆਤਮਾ ਤਰ੍ਹਾਂ ਤਰ੍ਹਾਂ ਕਰਦੀਆਂ ਪਈਆਂ ਨੇ। ਔਰੰਗਜ਼ੇਬ ਵੇਖੋ ਰੋਂਦਾ ਮਰਿਆ, ਅਤੇ ਜਹਾਂਗੀਰ ਵੀ ਤਰਲੇ ਮਾਰਦਾ ਮਰਿਆ, ਪਰ ਮਹਾਰਾਜ ਨੇ ਮਾਤਾ ਜੀ ਨੇ ਬਖਸ਼ਿਆ ਨਹੀਂ ਸੀਗਾ। ਚੰਦੂ ਵੇਖੋ ਟੋਟੇ ਟੋਟੇ ਟੁਕਰੇ ਅਤੇ ਆਨਾ ਆਨਾ ਟਕਾ ਟਕਾ ਮੰਗਦਾ ਲਾਹੌਰ ਦੀਆਂ ਗਲੀਆਂ 'ਚ ਮਰਿਆ ਸੀਗਾ, ਉਸੇ ਖੁਰਪੇ ਦੇ ਸਿਰ 'ਚ ਵੱਜਣ ਨਾਲ, ਜਿਹਦੇ ਨਾਲ ਮਹਾਰਾਜ ਦੀ ਸੀਸ 'ਤੇ ਰੇਤ ਪਵਾਈ। ਬੰਦਾ ਆਪਦੀ ਔਕਾਤ ਭੁੱਲ ਜਾਂਦਾ ਹੈ ਵੀ ਮੈਂ ਕੌਣ ਹਾਂ, ਅਤੇ ਜ਼ੁਲਮ ਕਰਦਾ ਹੈ। ਪਰ ਜਦ ਰੱਬ ਦੀ ਮਾਰ ਪੈਂਦੀ ਹੈ ਉਦੋਂ ਮੁੜ ਕੇ ਸਾਰੀ ਨਹੀਂ ਜਾਂਦੀ। ਇਸ ਲਈ ਇਨਸਾਨ ਨੂੰ ਸੋਚ ਸਮਝ ਕੇ ਕਦਮ ਪੁੱਟਣਾ ਚਾਹੀਦਾ ਹੈ। ਕਹਿੰਦੇ ਸਿਆਣਾ ਬੰਦਾ ਪਹਿਲਾਂ ਕੰਮ ਦੇ ਫਲ ਨੂੰ ਚਿਤਵਦਾ, ਫਿਰ ਕੰਮ ਕਰਨ ਲਈ ਪ੍ਰਵਿਰਤ ਹੁੰਦਾ ਹੈ। ਮਥੈ ਜੋ ਲਿਖਿਆਸ। ਜਿਸ ਤਰ੍ਹਾਂ ਦੇ ਮਾੜੇ ਜਾਂ ਚੰਗੇ ਕਰਮ ਕੀਤੇ ਨੇ,
ਉਸੇ ਅਨੁਸਾਰ ਮੱਥੇ ਤੇ ਪ੍ਰਾਰਬਧ ਲੇਖ ਲਿਖੇ ਹੋਏ ਨੇ, ਜੀਵ ਨੂੰ ਭੋਗਣੇ ਪੈਂਦੇ ਨੇ। ਹੁਕਮ ਹੀ ਲਿਖਿਆ ਸਿਰਲੇਖ, ਵਿਣ ਕਲਮ ਮਸਵਾਣੀ ਹੈ। ਰੈਣ ਵਿਹਾਣੀ ਪਛਤਾਣੀ, ਉਮਰ ਰੂਪੀ ਰਾਤ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਬਤੀਤ ਹੋ ਗਈ। ਉਹ ਪਛਤਾਉਂਦੀ ਹੋਈ ਜੀਵ ਇਸਤਰੀ ਉੱਠ ਚਲੀ ਗਈ ਨਿਰਾਸ, ਉੱਠ ਕੇ ਨਿਰਾਸ਼ ਹੋ ਕੇ ਪਰਲੋਕ ਨੂੰ ਤੁਰ ਗਈ। ਸਾਰੀ ਉਮਰ ਪਦਾਰਥਾਂ ਵਿਸ਼ਿਆਂ ਦੇ ਭੋਗਣ ਦੇ ਵਿੱਚ, ਸੁੱਖ ਦੇ ਸਾਧਨ ਇਕੱਤਰ ਕਰਨ ਵਿੱਚ ਗਰਸੀ ਰਹੀ। ਅਤੇ ਜਦੋਂ ਸੁੱਖ ਦਾ ਸਾਹ ਆਇਆ, ਸਾਰੀ ਉਮਰ ਲੱਗ ਜਾਂਦੀ, ਸਾਰੀ ਉਮਰ ਦੀ ਕਮਾਈ ਲੱਗ ਜਾਂਦੀ। ਕੋਠੀ ਬਣਾਉਂਦਿਆਂ, ਕਾਰ ਖਰੀਦਦਿਆਂ, ਕਿਸ਼ਤਾਂ ਲਾਉਂਦਿਆਂ ਮਰ। ਜਦੋਂ ਸੁੱਖ ਲੈਣ ਦਾ ਵੇਲਾ ਹੁੰਦਾ ਤਾਂ ਮਹਾਰਾਜ ਕਹਿੰਦਾ ਵੀ ਚਲੋ ਮੇਰੇ ਭਾਈ ਸਤਿ ਸ੍ਰੀ ਅਕਾਲ। ਬੰਦਾ ਵੇਂਦਾ ਮੂੰਹ ਚੁੱਕ ਕੇ ਕਿ ਓਹੋ, ਇਹ ਮੈਂ ਤਾਂ ਭੁਲੇਖੇ 'ਚ ਹੀ ਰਹਿ ਗਿਆ। ਅਸਲੀ ਘਰ ਦੇ ਬਾਰੇ ਤਾਂ ਸੋਚਿਆ ਹੀ ਨਹੀਂ, ਉਹ ਤਾਂ ਬਣਾਇਆ ਹੀ ਨਹੀਂ। ਬੈਂਕਾਂ ਹੀ ਭਰਦੇ ਰਹੇ, ਨਾਮ ਦਾ ਖਜ਼ਾਨਾ ਤਾਂ ਕਦੀ ਘੜੀ ਵੀ ਇਕੱਠਾ ਨਹੀਂ ਕੀਤਾ। ਇਸ ਤਰ੍ਹਾਂ ਪਛਤਾਉਂਦੀ ਹੋਈ ਜਿੰਦ ਉੱਠ ਕੇ ਤੁਰ ਜਾਂਦੀ ਹੈ। ਜਦ ਕੁਛ ਨਾਲ ਨਹੀਂ ਚੱਲਦਾ ਹੈ, ਸੰਗ ਨਾ ਸਾਥੀ ਗਮਨ ਅਕੇਲਾ। ਬਹੁਤਾ ਦੂਰ ਤਾਂ ਲੰਮੀ ਚੌੜੀ ਕਥਾ ਤਾਂ ਕੀ ਕਰਨੀ। ਆਹ ਸਾਡੇ ਹੱਥ ਪੈਰ, ਜਿਹੜੀ ਇਹ ਸਰੀਰ ਦੀਆਂ ਇੰਦਰੀਆਂ ਨੇ, ਇਹ ਵੀ ਸਾਥ ਛੱਡ ਜਾਂਦੀਆਂ। ਇਹ ਵੀ ਉੱਥੇ ਧੜਮ ਕਰਕੇ ਡਿੱਗ ਪੈਂਦੀਆਂ ਵੀ ਸਤਿ ਸ੍ਰੀ ਅਕਾਲ। ਕੱਢ ਕੇ ਕਿਸੇ ਹੋਰ 'ਚ ਪਾ ਦਿਓ, ਉਸੇ ਤਰ੍ਹਾਂ ਵੇਖਣ ਲੱਗ ਪੈਣਗੀਆਂ। ਪਰ ਰੂਹ ਦਾ ਸਾਥ ਛੱਡਿਆ ਜਾਂਦਾ। ਜਿਹੜੀ ਰੂਹ ਹੈ ਜਮਾਂ ਦੇ ਵਸ ਪੈ ਕੇ ਪਛਤਾਉਂਦੀ ਉੱਠ ਕੇ ਤੁਰ ਜਾਂਦੀ ਹੈ। ਤਾਨਸੈਨ ਮਰਨ ਲੱਗਾ। ਤਾਨਸੈਨ ਅਕਬਰ ਬਾਦਸ਼ਾਹ ਦਾ ਰਬਾਬੀ ਗੰਧਰਵ ਸੀਗਾ ਰਾਗੀ। ਇਹਦੇ ਚੇਲਿਆਂ ਨੇ ਪੁੱਛਿਆ ਵੀ ਗੁਰੂ ਜੀ, ਤੁਸੀਂ ਸਾਰੀ ਉਮਰ ਰਾਗ ਵਿਦਿਆ ਨੂੰ ਸਿੱਧ ਕੀਤਾ ਹੈ ਅਤੇ ਬੜੇ ਸੁੰਦਰ ਗਵਈਏ ਹੋ, ਕੋਈ ਅੰਤਮ ਉਪਦੇਸ਼ ਦਿਓ। ਕਹਿੰਦੇ ਮੈਂ ਰਾਗ ਵਿਦਿਆ ਨੂੰ ਸਿੱਧ ਕੀਤਾ? ਬਿਲਕੁਲ ਨਹੀਂ, ਮੈਂ ਤਾਂ ਸਾਰੀ ਉਮਰ ਸਾਜ਼ ਹੀ ਸੁਰ ਕਰਦਾ ਰਿਹਾ। ਜਿਸ ਤਰ੍ਹਾਂ ਰਾਗੀਆਂ ਨੂੰ ਟਾਈਮ ਦੀ ਉਹਨਾਂ ਕੀ ਹੁੰਦਾ, ਠੁੱਕ ਠੁੱਕ ਠਾਹ ਠਾਹ। ਕਈ ਮੇਰੇ ਵਰਗੇ ਸਪੀਕਰ ਅੱਗੇ ਲੱਗੇ ਰਹਿਣਗੇ 10-10 15-15 ਮਿੰਟ ਵੀ ਆਪਦੇ ਸਾਜ਼ ਪਹਿਲਾਂ ਸੁਰ ਕਰਕੇ ਬੈਠੋ ਸਟੇਜ 'ਤੇ। ਹੋਇਆ ਕਿਤੇ ਮਾੜਾ ਮੋਟਾ ਸੁਰ ਕਰਨ ਦੀ ਲੋੜ ਪਏ। ਕਹਿੰਦੇ ਸਾਰੀ ਉਮਰ ਠੁੱਕ ਠੁੱਕ ਠਾਹ ਠਾਹ ਹੀ ਲੱਗੇ ਰਹੇ। ਜਦ ਗਾਉਣ ਦਾ ਵੇਲਾ ਆਇਆ ਅਤੇ ਮਹਾਰਾਜ ਨੇ ਬੁਲਾਵਾ ਭੇਜ ਦਿੱਤਾ। ਕਹਿਣ ਦਾ ਮਤਲਬ ਇਹ ਆ ਵੀ ਬੰਦਾ ਜੁਗਾੜ ਲੜਾਉਂਦਾ ਹੀ ਰਹਿੰਦਾ ਸਾਰੀ ਉਮਰ ਵੀ ਸੁੱਖ ਲਾਂਗੇ ਸੁੱਖ ਲਾਂਗੇ। ਜਦ ਸੁੱਖ ਲੈਣ ਦਾ ਵੇਲਾ ਆਉਂਦਾ ਅਤੇ ਫਿਰ ਮਹਾਰਾਜ ਸਵਾਸ ਪੂਰੇ ਕਰ ਦਿੰਦਾ ਹੈ। ਜਿਨ ਕੋ ਸਾਧੂ ਭੇਟੀਐ, ਪਛਚਾਤਾਪ ਕਰਕੇ ਉੱਠ ਕੇ ਜਾਣਾ ਪੈਂਦਾ। ਇਸ ਲਈ ਜਿਹੜੇ ਸਾਧੂਆਂ ਦੀ ਸੰਗਤ ਦੇ ਵਿੱਚ ਮਿਲੇ ਨੇ, ਭਾਵ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ, ਸੋ ਦਰਗਹਿ ਹੋਏ ਖਲਾਸ, ਉਹਨਾਂ ਨੂੰ ਇਸ ਸਰੀਰ ਰੂਪ ਘਰ ਵਿੱਚ ਹੀ ਸਰੂਪ ਦਾ ਗਿਆਨ ਹੋ ਗਿਆ। ਇਸ ਕਰਕੇ ਉਹਨਾਂ ਦੀ ਦਰਗਾਹ 'ਚ ਜਮਾਂ ਦੀ ਬੰਦੀ ਤੋਂ ਖਲਾਸੀ ਹੁੰਦੀ ਹੈ। ਭਾਵ ਜਮਾਂ ਤੋਂ ਬੰਧਨਾਂ ਤੋਂ ਛੁੱਟ ਗਏ, ਮੁਕਤ ਹੋ ਗਏ ਨੇ, ਬੰਦ ਖਲਾਸੀ ਭਾਣੇ ਹੋਏ। ਕਰ ਕਿਰਪਾ ਪ੍ਰਭ ਆਪਣੀ, हे ਪ੍ਰਭੂ ਆਪਣੀ ਐਸੀ ਕਿਰਪਾ ਕਰੋ ਜੀ, ਤੇਰੇ ਦਰਸ਼ਨ ਹੋਏ ਪਿਆਸ, ਕਿ ਸਾਨੂੰ ਹਮੇਸ਼ਾ ਹੀ ਤੇਰੇ ਦਰਸ਼ਨਾਂ ਦੀ ਚਾਹਨਾ ਲੱਗੀ ਰਹੇ। ਬਿਨ ਮਿਲਵੇ ਨਾ ਹੀ ਸੰਤੋਖਾ, ਏਕ ਦਰਸ਼ਨ ਨਾਨਕ ਜੀ 'ਚ। ਇਹ ਮੇਰੇ ਮਨ 'ਚ ਤਮੰਨਾ ਰਹੇ। ਦਰਸ਼ਨ 4 ਪ੍ਰਕਾਰ ਦੇ ਨੇ, ਚਿੱਤਰ ਦਰਸ਼ਨ, ਸੁਪਨ ਦਰਸ਼ਨ, ਸ਼ਰਵਣ ਦਰਸ਼ਨ ਅਤੇ ਪ੍ਰਤੱਖ। ਆ ਜਿਹੜੇ ਤੁਸੀਂ ਕਰ ਰਹੇ ਹੋ, ਸਾਡੇ ਮਨਾਂ ਦੇ ਵਿੱਚ ਇਹੀ ਚਾਹ ਲੱਗੀ ਰਹੇ ਕਿ ਹੁਣ ਕਦ ਮਿਲੀ ਹੈ ਪ੍ਰੇਤ ਉਦ ਭਗਵਾਨ ਦਾ, ਕਦੋਂ ਅਸੀਂ ਗੁਰਦੁਆਰੇ ਸਾਹਿਬ ਜਾਈਏ। ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਣਾ ਚਾਹੀਦਾ, ਤਾਂ ਜ਼ਿੰਦਗੀ ਸਫਲ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਜਿੰਨਾ ਚਿਰ ਹੈਡ ਗ੍ਰੰਥੀ, ਮੀਤ ਗ੍ਰੰਥੀ, ਗ੍ਰੰਥੀ ਸਾਹਿਬਾਨ ਅਤੇ ਪਾਠੀ ਸਿੰਘ ਸਾਹਿਬਾਨ, ਸੰਗਤ ਵੀ ਨਾਲ ਹੀ ਹੈ ਗੁਰੂ ਸਾਹਿਬ ਜੀ ਦੀ। ਮੈਨੂੰ ਨਾਨਕਸਰ ਵਾਲੇ ਇੰਨੇ ਚੰਗੇ ਲੱਗਦੇ ਨੇ ਕਿ ਜੀ ਕਰਦਾ ਪੈਰ ਧੋ ਕੇ ਪੀ ਵੀ ਜਾਓ। ਕੱਪੜੇ ਬੜੇ ਛੱਟੇ ਪਾਉਂਦੇ ਆ, ਕਿਤੇ ਮਾਸਾ ਕਿਤੇ ਦਾਗ ਨਹੀਂ ਲੱਗਣ ਦਿੰਦੇ। ਜਿੰਨੇ ਮਰਜ਼ੀ ਹਜ਼ੂਰੀ 'ਚ ਜਾਣਾ ਅਤੇ 1000 ਵਾਰ ਜਾਣ, 1000 ਵਾਰ ਨਹਾ ਕੇ ਜਾਂਦੇ, ਉਹ ਵੀ ਕੇਸੀ ਨਹਾ ਕੇ। ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਓਨਾ ਚਿਰ ਕਰਦੇ ਜਿੰਨਾ ਚਿਰ ਸੰਗਤ ਬੈਠੀ ਰਹੇ। ਬਹੁਤ ਵੱਡਾ ਗੁਣ ਹੈ, ਮੈਂ ਬਹੁਤ ਚੰਗਾ ਸਮਝਦਾ। ਅੱਜ ਕੱਲ੍ਹ ਵੇਖੋ ਕਈ ਕੁਛ ਹੋ ਰਿਹਾ ਗੁਰਦੁਆਰਿਆਂ 'ਚ। ਕਾਰਨ ਕੀ ਆ ਵੀ ਆਪਾਂ ਮਹਾਰਾਜ ਨੂੰ ਖੋਲ੍ਹ ਕੇ ਰੁਮਾਲਾ ਪਾ ਕੇ ਆਪਦੇ ਘਰ ਨੂੰ ਦੌੜ ਜਾਂਦੇ ਹਾਂ। ਜਿਸ ਗ੍ਰੰਥੀ ਦੀ ਡਿਊਟੀ ਹੈ, ਅਸੀਂ ਇੱਥੋਂ ਲੈ ਕੇ ਖਾਂਦੇ ਹਾਂ, ਪੈਸੇ ਲੈਂਦੇ ਹਾਂ, ਸਾਨੂੰ ਵੀ ਕੋਈ ਪਤਾ ਨਹੀਂ, ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਹਾਂ। ਗ੍ਰੰਥੀਆਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ 'ਚ ਹੋਣਾ ਚਾਹੀਦਾ।
ਇੱਕ ਨਾਨਕਸਰ ਵਾਲੇ ਸਿੰਘ ਦੇ ਨਾਲ ਮੈਂ 1 ਸਾਲ ਰਿਹਾ ਹਾਂਗਕਾਂਗ, ਤੇ ਉਹਨੇ ਦਸਤਾਰ ਰਾਤ ਨੂੰ ਵੀ ਨਹੀਂ ਲਾਉਣੀ। ਕਹਿੰਦੇ ਬਦਨੀ ਕਲਾਂ ਵਾਲੇ ਮਹਾਂਪੁਰਖਾਂ ਦੇ ਕੋਲ ਮੈਂ ਰਹਿ ਕੇ ਇਹ ਸੇਵਾ ਕੀਤੀ ਹੈ। ਉਹਨਾਂ ਦੇ ਵਿਚਾਰ ਨੇ ਵੀ ਸੁੱਤੇ ਪਿਆ ਜੇ ਕਿਤੇ ਖਬਰ ਮਿਲ ਜਾਏ ਵੀ ਸੱਚਖੰਡ ਦੇ ਵਿੱਚ ਕੋਈ ਅਭੀ ਨਵੀ ਹੋ ਗਈ ਤੇ ਅਸੀਂ ਕੱਪੜੇ ਲਾ ਕੇ ਸੁੱਤੇ ਹੋਈਏ ਤੇ ਦਸਤਾਰ ਕਿੱਥੋਂ ਲੱਭਾਂਗੇ, ਕੰਘਾ ਕਿਤੇ ਦਸਤਾਰ ਕਿਤੇ। ਇਉਂ ਸਿੰਘ ਤਿਆਰਪੁਰ ਤਿਆਰ ਹੋਣਾ ਚਾਹੀਦਾ, ਜਿਸ ਤਰ੍ਹਾਂ ਫੌਜੀ ਨੇ ਤੇ ਉਹ ਤਿਆਰਪੁਰ ਤਿਆਰ ਸੌਂਦੇ ਹਨ, ਕਿਸੇ ਵੇਲੇ ਵੀ ਹੁਕਮ ਹੋ ਸਕਦਾ। ਤੋ ਇਸ ਲਈ ਮਹਾਰਾਜ ਦਾ ਸੇਵਾਦਾਰ ਸਦਾ ਐਕਟੀਵੇਟ ਹੋਣਾ ਰਹਿਣਾ ਚਾਹੀਦਾ, ਸੰਗਤ ਵੀ ਐਕਟਿਵ ਹੋਣੀ ਚਾਹੀਦੀ। ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਕੇ ਦਰਵਾਜ਼ੇ ਖੋਲ੍ਹ ਕੇ ਆਪਦੇ ਘਰਾਂ ਨੂੰ, ਗ੍ਰੰਥੀ ਨੇ ਫੜਿਆ ਸਾਈਕਲ ਮੋਟਰਸਾਈਕਲ 'ਤੇ ਸਾਰੇ ਚੰਡੀਗੜ੍ਹ 'ਚ, ਕਦੀ ਕਿਤੇ ਕਦੀ ਕਿਤੇ, ਮਹਾਰਾਜ ਕਿਤੇ ਆਪਾਂ ਕਿਤੇ, ਫਿਰ ਡਿਊਟੀ ਕਾਹਦੀ ਹੋਈ। ਬਲਕਿ ਇਕੱਲਾ ਬੰਦਾ ਸਤਿਕਾਰ ਨਹੀਂ ਕਰ ਸਕਦਾ, ਸਾਰੇ ਮਿਲ ਕੇ ਸਤਿਕਾਰ ਕਰ ਸਕਦੇ ਨੇ। ਜਿਨ੍ਹਾਂ ਨੇ ਗੁਰਦੁਆਰਾ ਬਣਾਇਆ, ਪ੍ਰਕਾਸ਼ ਕੀਤਾ, ਉਹ ਸਾਰਿਆਂ ਨੂੰ ਚਾਹੀਦਾ ਕਿ ਇੱਕ ਸਹਿਜ ਪਾਠ ਰੱਖਣ, ਨਾਲੇ ਵਾਰੀ ਪਾਠ ਕਰੀ ਜਾਣ, ਨਾਲੇ ਪਹਿਰਾ ਲੱਗੇ। ਤੋ ਗ੍ਰੰਥੀ ਸਿੰਘ ਵੀ ਖਿਆਲ ਰੱਖਣ, ਜਿੰਨਾ ਚਿਰ ਮਹਾਰਾਜ ਦਾ ਪ੍ਰਕਾਸ਼ ਹੈ ਉਹਨਾਂ ਚਿਰ ਬੇਧਿਆਨੇ ਇੱਧਰ ਉੱਧਰ ਨਹੀਂ ਕਿਤੇ ਵਿਚਰਨਾ ਚਾਹੀਦਾ। ਸੋ ਗੁਰੂ ਜੀ ਦੇ ਵਿੱਚ ਸਾਡੇ ਧਿਆਨ ਦੇ ਕੇਂਦਰਤਾ ਹੋਣੀ ਚਾਹੀਦੀ ਹੈ। ਜਿੰਨਾ ਅਖੰਡ ਪਾਠ ਰੱਖਿਆ, 5 ਸਿੰਘਾਂ ਦਾ ਫਰਜ਼ ਬਣਦਾ ਵੀ ਇਹ ਨਹੀਂ ਪਾਠ ਰੱਖ ਕੇ ਤੇ ਚੰਡੀਗੜ੍ਹ ਤੁਰੇ ਪਏ ਆਪਦੇ ਘਰ ਨੂੰ ਚਲੇ ਜਾਣ। ਸੰਪਟ ਪਾਠ ਦੀ ਤਾਂ ਇਹੀ ਮਰਜ਼ਾਦਾ ਵੀ ਜਿੰਨਾ ਰੱਖਿਆ ਉੱਥੇ ਹਾਜ਼ਰ ਰਹਿਣ। ਨਾਨਕਸਰ ਦੇ ਵਿੱਚ ਇਹ ਨਿਯਮ ਹੈ। ਉਹ ਬੰਦੇ ਫੋਨ ਨਹੀਂ ਯੂਜ਼ ਕਰ ਸਕਦੇ, ਗੇਟੋਂ ਬਾਹਰ ਨਹੀਂ ਜਾ ਸਕਦੇ, ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਕਿਸੇ ਨਾਲ ਮਿਲ ਨਹੀਂ ਸਕਦੇ। ਜਿੰਨਾ ਅਖੰਡ ਪਾਠ ਰੱਖਤਾ, ਸੰਪਟ ਪਾਠ, ਉਹ ਉੱਥੇ ਹੀ ਰਹਿਣ, ਉੱਥੇ ਹੀ ਬਹਿਣ, ਉੱਥੇ ਹੀ ਖਾਣ, ਉੱਥੇ ਹੀ ਸੌਣ, ਲਾਗੇ ਰਹਿਣ। ਕਿਉਂਕਿ ਮਹਾਰਾਜ ਦਾ ਪ੍ਰਕਾਸ਼ ਕੀਤਾ, ਤੁਸੀਂ ਅਖੰਡ ਪਾਠ ਰੱਖਤਾ, ਮਹਾਰਾਜ ਨੂੰ ਤਾਂ ਖੋਲ੍ਹਤਾ, ਪ੍ਰਕਾਸ਼ ਕਰਤਾ। ਇਹ ਕੋਈ ਸਤਿਕਾਰ ਥੋੜ੍ਹਾ ਆਪ ਜਿੱਧਰ ਮਰਜ਼ੀ ਤੁਰੇ ਫਿਰੋ। ਨਾਨਕਸਰ ਦੀ ਇਹ ਮਰਜ਼ਾਦਾ ਹੈ ਵੀ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਪ੍ਰਕਾਸ਼ ਹੁੰਦਾ, ਸੰਗਤ ਉੱਠ ਕੇ ਤੁਰ ਜਾਂਦੀ ਅਤੇ ਗੇਟ ਬੰਦ ਕਰ ਦਿੱਤਾ ਜਾਂਦਾ। ਕੋਈ ਆਵੇ 100 ਵਾਰ ਆਏ, ਪ੍ਰਸ਼ਾਦ ਲਵੇ, ਬੈਠੇ, ਪਰ ਮਹਾਰਾਜ ਦੀ ਹਜ਼ੂਰੀ 'ਚ ਜਿੰਨਾ ਚਿਰ ਮਰਜ਼ਾਦਾ ਉਹਨਾਂ ਚਿਰ ਸੇਵਾ ਨਿਭਦੀ ਹੈ। ਤੋ ਇਸ ਲਈ ਸਾਡੇ ਮਨਾਂ 'ਚ ਦਰਸ਼ਨਾਂ ਦੀ ਆਸਾ ਲੱਗ ਜਾਏ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਇਹ ਪ੍ਰਮਾਤਮਾ ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ। ਨਾਨਕ ਕੀ ਅਰਦਾਸ, ਮਹਾਰਾਜ ਸਾਹਿਬ ਕਥਨ ਕਰਦੇ, ਮੇਰੀ ਤਾਂ ਤੇਰੇ ਅੱਗੇ ਇਹੀ ਅਰਦਾਸ, ਇਹੀ ਬੇਨਤੀ ਹੈ। ਹਰ ਤੁਧ ਬਿਨ ਖਾਕੂ ਰੁਲਣਾ, ਕਹੀਏ ਕਿੱਥੇ ਬੈਣ, ਨਾਨਕੀ ਬੇਨੰਤੀ ਆ, ਹਰ ਸੁਰਜਨ ਦੇਖਾ ਨੈਣ। ਆਸਾੜ ਸੁਹੰਦਾ ਤਿਸ ਲੱਗਾ, ਹਾੜ ਦਾ ਮਹੀਨਾ ਹੈ ਤਾਂ ਬੜਾ ਤਪਦਾ, ਪਰ ਉਹਨਾਂ ਨੂੰ ਸੋਹਣਾ ਲੱਗਦਾ ਹੈ। ਜਿਸ ਮਨ ਹਰ ਚਰਨ ਨਿਵਾਸ, ਜਿਸ ਦੇ ਮਨ ਵਿੱਚ ਹਰੀ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਹੈ, ਜਿਹਦੇ ਮਨ 'ਚ ਨਾਮ ਬਾਣੀ ਰੂਪ ਚਰਨ ਵਸੇ ਨੇ। ਅੱਜ ਸੰਗਰਾਮ ਦਾ ਦਿਹਾੜਾ ਹੋਣ ਕਰਕੇ ਕੁਝ ਮਿੰਟ ਉੱਪਰ ਚਲੇ ਗਏ ਨੇ, ਸੰਗਤਾਂ ਖਿਮਾ ਕਰਨ ਜੀ, ਅੱਗੇ ਦੋ ਸਮੱਤ ਬਖਸ਼ਣ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ